सब सोनी इन विध चित रहा फट ही तो सब सोनी इन विध चित रहा इन विध तेरा इन विध तेरा मेरे लाल जियो तेरा ना जाना मेरे लाल जियो तेरा ना जाना। हाँ जी, वाहिगुरु जी का खालसा वाहिगुरु जी की फतेह। मेरा नाम रवनीत सिंह है ਤੇ मैं +1 ਹਿਊਮੈਨਿਟੀਜ਼ ਦਾ ਸਟੂਡੈਂਟ ਹਾਂ ਤੇ ਅੱਜ ਕਲਾਸ ਮੋਡਰੇਟ ਕਰਨ ਦੀ ਸੇਵਾ ਮੇਰੀ ਲੱਗੀ ਆ। ਮੈਂ ਆਪਣਾ ਵਡਭਾਗਾ ਸਮਝਣਾ ਕਿ ਮੈਨੂੰ ਅੱਜ ਇਹ ਸੇਵਾ ਬਖਸ਼ੀ ਗਈ। ਸੋ ਜਿਵੇਂ ਕਿ ਇਸ ਕਲਾਸ ਦਾ ਨਾਮ ਹੈ ਵਡਿਆਈ ਵਿਚਾਰ। ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਿ ਅੰਮ੍ਰਿਤ ਵੇਲੇ ਉੱਠ ਕੇ ਉਸ ਪ੍ਰਭੂ ਪਰਮੇਸ਼ਰ ਦੇ ਨਾਮ ਦੀਆਂ ਬਾਤਾਂ ਕਰ, ਉਸ ਦੇ ਨਾਮ ਦੀ ਵਿਚਾਰ ਕਰ, ਉਹਨੂੰ ਸਮਝ, ਉਸ ਦੇ ਹੁਕਮ ਨੂੰ ਬੁੱਝ। ਸੋ ਸਾਡਾ ਜੋ ਵਿਸ਼ਾ ਹੈ ਸਲੋਕ ਕਬੀਰ ਜੀ, ਅੱਜ ਅਸੀਂ ਸਲੋਕ 90 ਤੇ 91 ਦੀ ਵਿਚਾਰ ਕਰਨੀ ਹੈ। ਲੇਕਿਨ ਅੱਜ ਉਸ ਤੋਂ ਪਹਿਲਾਂ ਅਸੀਂ ਪਹਿਲੇ ਜੋ ਕਿ ਸਾਡੀ ਰੋਜ਼ ਦਾ ਜੋ ਸਾਡਾ ਰੂਟੀਨ ਹੈ ਕਿ ਅਸੀਂ ਪਹਿਲੇ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਕਰਨੇ ਆ। ਸੋ ਅੱਜ ਇਹ ਸੇਵਾ ਕਰ ਰਹੇ ਨੇ ਵੀਰ ਗੁਰਕੀਰਤ ਸਿੰਘ ਜੀ, ਹੈਗੇ ਨੇ ਜੀ ਮੀਟਿੰਗ ਵਿੱਚ ਪ੍ਰੈਜ਼ੈਂਟ ਨੇ, ਉਹਨਾਂ ਨੂੰ ਸਪੋਟਲਾਈਟ ਕਰ ਦਿਓ। ਵਾਹ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਗੁਰਕੀਰਤ ਸਿੰਘ ਜੀ ਬੜੇ ਪਿਆਰ ਨਾਲ ਆਪ ਜੀ ਸਿਮਰਨ ਕਰਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ
सैभं गुर प्रसाद वाहेगुरु 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 एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु जी का खालसा वाहिगुरु जी की फतेह। वाह जी वाह, बहुत ही सोहना सिमरन कराया ਵੀਰ ਜੀ ਨੇ, ਬੜੇ ਪਿਆਰ ਨਾਲ ਉਹਨਾਂ ਨੇ ਸਿਮਰਨ ਕਰਾਇਆ। ਸੋ ਹੁਣ ਮੈਂ ਸਹਿਜਬੀਰ ਵੀਰ ਜੀ ਨੂੰ ਕਹਾਂਗਾ ਕਿ ਉਹ ਸ਼ਲੋਕ ਵਾਲੀ ਸਲਾਈਡ ਚਲਾਣ ਤੇ ਸ਼ਲੋਕ ਪੜ੍ਹਨ ਦੀ ਵੀ ਸੇਵਾ ਵੀਰ ਗੁਰਕੀਰਤ ਸਿੰਘ ਜੀ ਕਰਨਗੇ। ਸੋ ਮੈਂ ਬੇਨਤੀ ਕਰਾਂਗਾ ਵੀਰ ਗੁਰਕੀਰਤ ਸਿੰਘ ਜੀ ਨੂੰ ਕਿ ਉਹ ਬੜੇ ਪਿਆਰ ਨਾਲ ਸ਼ਲੋਕਾਂ ਨੂੰ ਪੜ੍ਹਨ, ਸਮਝ ਤਾਂ ਜੋ ਸੁਣਨ ਵਾਲੇ ਸਰੋਤਿਆਂ ਨੂੰ ਵੀ ਸੁਣ ਕੇ ਹੀ ਸ਼ਲੋਕ ਸਮਝ ਆ ਜਾਏ। ਹਾਂਜੀ ਗੁਰਕੀਰਤ ਵੀਰ ਜੀ। ਵਾਹਿਗੁਰੂ ਜੀ। कबीर बन की दादी लाकरी ठाडी करे पुकार मत बस परो लोहार के जा रे दूजी पार कबीर बन की दादी लाकरी ठाडी करे पुकार मत बस परो लोहार के
ਜਾਰੈ ਦੂਜੀ ਪਾਰ। ਨੋਟ, ਜੋ ਕਲਾ ਲੋਹਾਰ ਆਦਿਕ ਲੋਕ ਆਪਣੀਆਂ ਭੱਠੀਆਂ ਵਿੱਚ ਜੋ ਕੋਲਾ ਲੋਹਾਰ ਆਦਿਕ ਲੋਕ ਆਪਣੀਆਂ ਭੱਠੀਆਂ ਵਿੱਚ ਵਰਤਦੇ ਹਨ, ਇਸ ਨੂੰ ਤਿਆਰ ਕਰਨ ਲਈ ਖਾਸ ਤਰੀਕਾ ਵਰਤਣਾ ਪੈਂਦਾ ਹੈ। ਕਿੱਕਰ ਆਦਿਕ ਲੱਕੜ ਦੋ ਮੁੱਛੇ ਖਾਸ ਤਰ੍ਹਾਂ ਦੀ ਬਣੀ ਹੋਈ ਭੱਠੀ ਵਿੱਚ ਮਿੱਟੀ ਦੇ ਹੇਠ ਨੱਪੇ ਜਾਂਦੇ ਹਨ। ਇਹਨਾਂ ਮੁੱਛਿਆਂ ਨੂੰ ਇਸ ਤਰ੍ਹਾਂ ਅੱਗ ਲਾਈ ਜਾਂਦੀ ਹੈ ਕਿ ਬਾਹਰੋਂ ਹਵਾ ਨਾ ਪਏ ਤੇ ਮਿੱਟੀ ਦੇ ਅੰਦਰ ਅੰਦਰ ਹੀ ਲੱਕੜਾਂ ਕੋਲਾ ਬਣ ਜਾਣ, ਪਰ ਇਹਨਾਂ ਦੀ ਰੀਸ ਕੋਲੇ ਦੇ ਵਿੱਚ ਹੀ ਟਿਕੀ ਰਹੇ। ਇਹ ਕੋਲਾ ਵਰਤਣ ਦੀ ਲੋੜ ਆਮ ਤੌਰ ਤੇ ਲੋਹਾਰਾਂ ਨੂੰ ਹੀ ਪੈਂਦੀ ਸੀ, ਸੋ ਇਸ ਕੋਲੇ ਨੂੰ ਤਿਆਰ ਵੀ ਲੋਹਾਰ ਹੀ ਕਰਿਆ ਕਰਦੇ ਸਨ। ਇੱਕ ਵਾਰੀ ਤਾਂ ਲੱਕੜ ਕੋਲਾ ਬਣਨ ਵੇਲੇ ਮਿੱਟੀ ਦੇ ਅੰਦਰ ਅੰਦਰ ਰਹਿ ਕੇ ਸੜਦੀ ਹੈ ਤੇ ਦੂਜੀ ਵਾਰੀ ਲੋਹਾਰ ਆਦਿਕ ਦੀ ਭੱਠੀ ਵਿੱਚ ਪੈ ਕੇ ਸੜਦੀ ਹੈ। ਪਦ ਅਰਥ, ਬਨ, ਜੰਗਲ। ਦਾਦੀ ਲਾਕੜੀ, ਸੜੀ ਹੋਈ ਲੱਕੜ, ਕੋਲਾ ਬਣ ਚੁੱਕੀ ਲੱਕੜ। ਠਾਡੀ, ਖਲੋਤੀ ਹੋਈ, ਭਾਵ ਸਾਫ਼ ਤੌਰ ਤੇ ਪ੍ਰਤੱਖ। ਮਤ, ਮਤਾਂ, ਬਸ, ਵਸ ਵਿੱਚ, ਸੋਹਬਤ ਵਿੱਚ। ਲੋਹਾਰ, ਉਹ ਮਨੁੱਖ ਜੋ ਸਾਰੀ ਉਮਰ ਕੋਲੇ ਵਿਕਾਰ ਵਿਹਾਜਣ ਵਿੱਚ ਗੁਜ਼ਾਰ ਰਿਹਾ ਹੈ। ਸਾਕਤ ਵਿਕਾਰੀ ਮਨੁੱਖ। ਅਰਥ, ਹੇ ਕਬੀਰ, ਜੇ ਤੂੰ ਧਿਆਨ ਨਾਲ ਸੁਣ ਕੇ ਸਮਝੇ ਤਾਂ ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਵੀ ਸਾਫ਼ ਤੌਰ ਤੇ ਪੁਕਾਰ ਕਰਦੀ ਸੁਣੀਦੀ ਹੈ ਕਿ ਮੈਂ ਕਿਤੇ ਲੋਹਾਰ ਦੇ ਵਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰੀ ਸਾੜੇਗਾ। ਵਾਹਿਗੁਰੂ ਜੀ। ਹਾਂਜੀ, ਗੁਰਕੀਰਤ ਸਿੰਘ ਜੀ, ਤੁਸੀਂ ਇਸ ਸ਼ਲੋਕ ਬਾਰੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ, ਜੋ ਤੁਹਾਨੂੰ ਸਮਝ ਆਇਆ ਇਸ ਸ਼ਲੋਕ ਨੂੰ ਪੜ੍ਹ ਕੇ। ਆਪਣੇ ਰਤਨ ਜਵਾਹਰ ਰੂਪੀ ਵਿਚਾਰ ਸਾਡੇ ਨਾਲ ਤੁਸੀਂ ਸਾਂਝੇ ਕਰੋ ਜੀ। ਵਾਹਿਗੁਰੂ ਜੀ, ਇਹਨੂੰ ਜਦੋਂ ਪਹਿਲੀ ਵਾਰੀ ਪੜ੍ਹਿਆ ਸੀ ਤੇ ਮਤਲਬ ਇਹਨੂੰ ਪੜ੍ਹ ਕੇ ਕੁਝ ਇਸ ਤਰ੍ਹਾਂ ਮੈਨੂੰ ਸਮਝ ਆਉਂਦੀ ਹੈ ਮੇਰੀ ਥੋੜੀ ਮੱਤ ਵਿੱਚ, ਕਿ ਜਿਸ ਤਰ੍ਹਾਂ ਲੱਕੜ ਹੈਗੀ ਹੈ ਉਹ ਇੱਕ ਵਾਰੀ ਸੜਦੀ ਹੈਗੀ ਹੈ ਤੇ ਫਿਰ ਉਹਦੀ ਇਹੀ ਅਰਦਾਸ ਹੁੰਦੀ ਹੈ, ਇਹੀ ਉਹ ਕੁਰਲਾਉਂਦੀ ਹੈ ਕਿ ਮੈਨੂੰ ਬਸ ਕਿਤੇ ਲੋਹਾਰ ਦੇ ਹੱਥ ਨਾ ਪੈ ਜਾਵਾਂ, ਉਹ ਮੈਨੂੰ ਦੂਜੀ ਵਾਰੀ ਸਾੜੇਗਾ। ਉਸੇ ਤਰ੍ਹਾਂ ਕਿਸੇ ਅਗਰ ਆਪਾਂ ਪਿਆਰੇ ਗੁਰਮੁਖ ਪਿਆਰੇ ਦੀ ਗੱਲ ਕਰੀਏ, ਆਪਾਂ ਇਹ ਸਮਝ ਪੈਂਦੀ ਹੈ ਮੈਨੂੰ ਕਿ ਅਸੀਂ ਉਹ ਅਗਰ ਕਿਸੇ ਤੋਂ ਕੋਈ ਗਲਤੀ ਵੀ ਹੋ ਜਾਏ ਜਾਂ ਕੋਈ ਭੁੱਲ ਵੀ ਹੋ ਜਾਏ ਤਾਂ ਉਹ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਕਿ ਪ੍ਰਭੂ ਹੈ ਸੱਚੇ ਪਾਤਸ਼ਾਹ। ਉਸਦੀ ਜਿਵੇਂ ਅਸੀਂ ਪਿੱਛੇ ਸੰਗਤ ਦੀ ਗੱਲ ਕੀਤੀ ਸੀ ਕਿ ਸੰਗਤ ਸੱਚੀ ਸੁੱਚੀ ਹੋ ਜਾਏ ਤਾਂ ਭੁੱਲਾਂ ਚੁੱਕਾਂ ਮੁਆਫ ਹੋ ਜਾਂਦੀਆਂ, ਮਗਰ ਇੱਕ ਵਾਰੀ ਜੇ ਗਲਤੀ ਹੋ ਕੇ ਇਨਸਾਨ ਅਗਰ ਗਲਤ ਸੰਗਤ ਵਿੱਚ ਪੈ ਜਾਵੇ ਤਾਂ ਫਿਰ ਉਹ ਬਾਰ-ਬਾਰ ਉਸੇ ਗਲਤੀ ਨੂੰ ਦੁਹਰਾਉਂਦਾ ਹੈ, ਬਾਰ-ਬਾਰ ਉਸੇ ਜੰਮਣ ਮਰਨ ਦੇ ਗੇੜ ਵਿੱਚ, ਬਾਰ-ਬਾਰ ਉਸੇ ਪਛਤਾਵੇ ਦੇ ਗੇੜ ਵਿੱਚ ਪੈ ਜਾਂਦਾ ਹੈ। ਕਿ ਅਗਰ ਸੰਗਤ ਸੱਚੀ ਸੁੱਚੀ ਹੋਵੇ, ਅਰਦਾਸ ਕੀਤੀ ਜਾਵੇ ਪਰਮਾਤਮਾ ਅੱਗੇ ਕਿ ਹੇ ਸੱਚੇ ਪਾਤਸ਼ਾਹ, ਮੇਰੇ ਤੋਂ ਗਲਤੀ ਹੋ ਗਈ ਹੈ ਤੇ ਮੇਰੀ ਸੰਗਤ ਸੱਚੀ ਸੁੱਚੀ ਹੋ ਜਾਵੇ ਤੇ ਉਸ ਤੋਂ ਮੈਂ ਬਚ ਸਕਦਾ ਹਾਂ, ਨਹੀਂ ਤਾਂ ਫਿਰ ਵਾਰ-ਵਾਰ ਉਸੇ ਗਲਤੀ ਵਿੱਚ, ਉਸੇ ਗੇੜ ਵਿੱਚ, ਉਸੇ ਪਛਤਾਵੇ ਦੇ ਵਿੱਚ ਇਨਸਾਨ ਫਸਿਆ ਰਹਿ ਜਾਂਦਾ। ਵਾਹ ਜੀ, ਬਹੁਤ ਵਧੀਆ ਵੀਰ ਜੀ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਪਿਛਲੀ ਕਲਾਸ ਤੋਂ ਰਿਲੇਟ ਕਰਕੇ ਸਾਨੂੰ ਦੱਸ ਦਿੱਤਾ ਕਿ ਪਿਛਲੀ ਕਲਾਸਾਂ ਵਿੱਚ ਸਾਧ ਸੰਗਤ ਦੀ ਗੱਲ ਕੀਤੀ ਗਈ ਸੀ ਕਿ ਸਾਧ ਸੰਗਤ ਦੀ ਕੀ ਮਹਾਨਤਾ ਹੈ, ਉਹਦਾ ਕੀ ਸਾਡੇ ਲਾਈਫ ਵਿੱਚ ਉਹਦੀ ਕੀ ਵੈਲਿਊ ਹੈ। ਤੋ ਵੀਰ ਜੀ ਨੇ ਬਹੁਤ ਵਧੀਆ ਗੱਲ ਕੀਤੀ ਕਿ ਜੇ ਸਾਡੀ ਸੰਗਤ ਠੀਕ ਹੋਏ ਤੇ ਸ਼ਾਇਦ ਸਾਡੇ ਕੋਲ ਮਾੜੇ ਕਰਮ ਵੀ ਨਾ ਹੋਣ।
ਜਿਵੇਂ ਕਿ ਮੈਂ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਕੁਝ ਦਿਨ ਪਹਿਲਾਂ ਸਾਡਾ 10th ਦਾ ਰਿਜ਼ਲਟ ਆਇਆ। ਹੁਣ ਮੈਂ ਤੇ ਬਹੁਤ ਜ਼ਿਆਦਾ ਸੈਟੀਸਫਾਈ ਸੀ, ਲੇਕਿਨ ਜਦੋਂ ਮੈਂ ਆਪਣੇ ਫਰੈਂਡਸ ਦੇ ਕੋਲ ਗਿਆ, ਉਹਨਾਂ ਵਿੱਚ ਬੈਠਿਆ ਤੇ ਉਹ ਸਾਰੇ ਉੱਥੇ ਟੀਚਰ ਦੀ ਨਿੰਦਿਆ ਕਰਦੇ ਪਏ ਸੀ ਕਿ ਇੰਟਰਨਲ ਘੱਟ ਲੱਗੀ ਹੈ, ਇਹਦੇ ਵਿੱਚ ਘੱਟ ਮਾਰਕਸ ਨੇ, ਹੋਰ ਕਈ ਸਾਰੀਆਂ ਗੱਲਾਂ। ਮੇਰੇ ਮਨ ਵਿੱਚ ਨਿੰਦਿਆ ਆਈ ਵੀ ਨਹੀਂ ਸੀ ਉਹਨਾਂ ਵਾਸਤੇ, ਲੇਕਿਨ ਉਹਨਾਂ ਦੀ ਗੱਲਾਂ ਸੁਣ ਕੇ ਮੇਰਾ ਵੀ ਜੀ ਕਰਨ ਲੱਗਾ ਕਿ ਮੈਂ ਵੀ ਨਿੰਦਿਆ ਕਰਾਂ ਕਿ ਮੇਰੇ ਹੋਰ ਆ ਸਕਦੇ ਸੀ। ਸੋ ਸਾਧ ਸੰਗਤ ਸਾਧ ਸੰਗਤ ਜੀ, ਜੋ ਅਸੀਂ ਕੰਪਨੀ ਜੋ ਸਾਡੀ ਹੈ, ਜੋ ਅਸੀਂ ਸੰਗਤ ਕਰਨੇ ਆ ਰੋਜ਼, ਉਹਦਾ ਬਹੁਤ ਸਾਡੇ ਉੱਤੇ ਇਫੈਕਟ ਪੈਂਦਾ। ਤੇ ਹੁਣ ਅਸੀਂ ਬੜੇ ਵਡਭਾਗੇ ਹਾਂ ਕਿ ਅਸੀਂ ਰੋਜ਼ ਸਵੇਰੇ ਅੰਮ੍ਰਿਤ ਵੇਲੇ ਜੁੜਦੇ ਹਾਂ ਤੇ ਉਸ ਸੱਚੇ ਨਾਮ ਦੀਆਂ ਬਾਤਾਂ ਕਰਨੇ, ਉਸ ਤੇ ਵਿਚਾਰ ਕਰਨੇ ਆ। ਸੋ ਵੀਰ ਜੀ ਨੇ ਇੱਕ ਹੋਰ ਗੱਲ ਕੀਤੀ, ਇੱਥੇ ਉਹਨਾਂ ਨੇ ਠੰਡੀ ਹੋਈ ਲੱਕੜ ਨੂੰ ਮਨੁੱਖ ਦੇ ਨਾਲ ਕੰਪੇਅਰ ਕੀਤਾ। ਹਾਂਜੀ, ਅਸੀਂ ਇਸ ਸਲੋਕ ਨੂੰ ਆਪਣੇ ਜੀਵਨ ਨਾਲ ਮਿਲਾ ਕੇ ਦੇਖਣਾ, ਆਪਣੇ ਜੀਵਨ ਵਿੱਚ ਦੇਖਣਾ। ਜਿਵੇਂ ਕਿ ਮੈਂ ਜੋ ਇਸ ਚੋਂ ਜੋ ਸਮਝਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਕਿ ਜਲ ਕੇ ਠੰਡੀ ਪਈ ਲੱਕੜ ਨੂੰ ਅਸੀਂ ਖੁਦ ਦੇ ਨਾਲ ਕੰਪੇਅਰ ਕਰੀਏ ਤਾਂ ਲੱਗਦਾ ਹੈ ਕਿ ਜਿਵੇਂ ਕੋਈ ਮਨੁੱਖ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੇਸ਼ ਆਦਿ ਵਿੱਚ ਸੜ ਕੇ ਠੰਡਾ ਹੋ ਕੇ, ਅਰਥਾਤ ਹੁਣ ਬੇਨਤੀ ਕਰਦਾ ਹੈ ਕਿ ਕਿਤੇ ਮੈਂ ਜਮਾ ਦੇ ਵਸ ਨਾ ਪੈ ਜਾਵਾਂ, ਯਾਨੀ ਕਿ ਕਿਤੇ ਮੈਂ ਮਾੜੇ ਕਰਮਾਂ ਕਰਕੇ ਮੈਨੂੰ ਸਜ਼ਾ ਨਾ ਮਿਲੇ। ਲੇਕਿਨ ਕਿੰਨੀ ਹੈਰਾਨੀ ਦੀ ਗੱਲ ਹੈ, ਪੂਰੀ ਜ਼ਿੰਦਗੀ ਅਸੀਂ ਇਹੀਓ ਕਹਿੰਦੇ ਹਾਂ ਕਿ ਉਸ ਬੰਦੇ ਨੇ ਗਲਤ ਕੰਮ ਕੀਤਾ ਤੇ ਰੱਬ ਕਰੇ ਉਹਨੂੰ ਸਜ਼ਾ ਮਿਲੇ। ਸਾਧ ਸੰਗਤ ਜੀ, ਸਾਡੇ ਵਿੱਚੋਂ ਜ਼ਿਆਦਾਤਰ ਤੇ ਇੰਨੇ ਜ਼ਿਆਦਾ ਭਟਕੇ ਹੋਏ ਨੇ ਕਿ ਅਸੀਂ ਅਰਦਾਸ ਤੱਕ ਕਰ ਦਿੰਦੇ ਹਾਂ ਰੱਬ ਦੇ ਅੱਗੇ ਕਿ ਉਸ ਬੰਦੇ ਨੇ ਮੇਰੇ ਨਾਲ ਇੰਨਾ ਗਲਤ ਕੀਤਾ, ਰੱਬ ਤੂੰ ਉਹਨੂੰ ਕਠੋਰ ਤੋਂ ਕਠੋਰ ਸਜ਼ਾ ਦੇਈਂ ਤਾਂ ਕਿ ਉਹ ਵੀ ਮੇਰਾ ਦਰਦ ਮਹਿਸੂਸ ਕਰ ਸਕੇ। ਅਸੀਂ ਇੰਨੇ ਜ਼ਿਆਦਾ ਸੈਲਫਿਸ਼ ਹੋ ਜਾਂਦੇ। ਸਤਿਗੁਰੂ ਕਿਰਪਾ ਕਰਨ, ਇਹ ਵਿਕਾਰ ਸਾਡੇ ਕੰਟਰੋਲ ਵਿੱਚ ਆ ਜਾਏ। ਹਾਂਜੀ, ਵਰਿੰਦਰ ਕੌਰ ਜੀ ਦਾ ਹੈਂਡ ਰੇਜ਼, ਉਹਨਾਂ ਨੂੰ ਸਪੋਟਲਾਈਟ ਤੇ ਲੈ ਲਓ ਜੀ। ਵਰਿੰਦਰ ਕੌਰ ਜੀ, ਮਾਈਕ ਅਨਮਿਊਟ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਇਸ ਸ਼ਲੋਕ ਤੋਂ ਭਾਵ ਇਹ ਹੈ ਕਿ ਈਸ਼ਵਰੀ ਭਗਤੀ ਵਿੱਚ, ਪ੍ਰੇਮ ਵਿੱਚ ਰਤੇ ਹੋਏ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ, ਤਾਂ ਕਬੀਰ ਜੀ ਨੇ ਦ੍ਰਿਸ਼ਟਾਂਤ ਵਜੋਂ ਆਪਣੀ ਦਸ਼ਾ ਸੁਣਾਈ। ਜਿਵੇਂ ਜੰਗਲ ਵਿੱਚ ਖੜੀ ਲੱਕੜ ਪੁਕਾਰ ਕਰਦੀ ਹੈ ਕਿ ਕੋਈ ਮੇਰੀ ਸਹਾਇਤਾ ਕਰੇ, ਉਸੇ ਤਰ੍ਹਾਂ ਮੈਂ ਜਨਮ ਮਰਨ ਦੇ ਦੁੱਖ ਤੋਂ ਸਤਾਇਆ ਹੋਇਆ ਪ੍ਰਭੂ ਅੱਗੇ ਬੇਨਤੀ ਕਰਦਾ ਹਾਂ, ਹੇ ਪ੍ਰਭੂ ਮੇਰੇ ਤੇ ਦਇਆ ਕਰੋ, ਬਚਾ ਲਵੋ, ਮਤਾ ਮੈਨੂੰ ਜਮ ਰੂਪੀ ਲੋਹਾਰ ਕਿਤੇ ਦੂਜੀ ਵਾਰ ਨਾ ਸਾੜ ਦੇਵੇ, ਭਾਵ ਨਰਕ ਵਿੱਚ ਨਾ ਪਾ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮਨਦੀਪ ਕੌਰ ਜੀ ਦਾ ਹੈਂਡ ਰੇਜ਼ ਆ, ਤੁਸੀਂ ਉਹਨਾਂ ਨੂੰ ਵੀ ਸਪੋਟਲਾਈਟ ਤੇ ਲੈ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸ਼ਲੋਕ ਦੀ ਇਹ ਸਮਝ ਲੱਗੀ ਹੈ ਕਿ ਕਬੀਰ ਜਿਸ ਵਿੱਚ ਕਹਿ ਰਹੇ ਨੇ, ਕਬੀਰ ਬਨ ਕੀ ਦਾਦੀ ਲਾਗਈ ਠਾਂਡੀ ਕਰਿਆ ਪੁਕਾਰ, ਕਿ ਜਿਹੜੀ ਜਲੀ ਹੋਈ ਲੱਕੜੀ ਹੈ ਨਾ, ਉਹ ਇਹ ਪੁਕਾਰ ਕਰਦੀ ਹੈ ਕਿ ਮਤ ਬਸ ਭਰਿਓ ਲੋਹਾਰ ਕਹਿ ਜਾਰੇ ਦੂਜੀ ਵਾਰ, ਕਿ ਮਤ ਕਿਤੇ ਮੈਂ ਲੋਹਾਰ ਦੇ ਵਸ ਨਾ ਪੈ ਜਾਵਾਂ ਤੇ ਉਹ ਮੈਨੂੰ ਦੂਜੀ ਵਾਰ ਸਾੜੇਗਾ। ਇਸੇ ਕਰਕੇ ਇਸ ਵਿੱਚ ਕਬੀਰ ਜੀ ਮਨੁੱਖ ਨੂੰ ਕੀ ਸਮਝਾ ਰਹੇ ਨੇ, ਮਨੁੱਖ ਨੂੰ ਕਬੀਰ ਜੀ ਇਸ ਵਿੱਚ ਇਹ ਸਮਝਾ ਰਹੇ ਨੇ ਕਿ ਜਿਹੜੇ ਮਨੁੱਖਾ ਜੀਵਨ ਆਪਾਂ ਨੂੰ 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਹੈ ਨਾ, ਇਸਨੂੰ ਅਸੀਂ ਸੰਭਾਲ ਲਈਏ, ਨਹੀਂ ਤਾਂ ਸਾਨੂੰ ਫਿਰ ਕਿਤੇ ਨਰਕ 'ਚ ਹੀ ਜਾਣਾ ਪਏਗਾ, ਸਾਨੂੰ ਪਰਮਾਤਮਾ ਨਰਕ 'ਚ ਹੀ ਘੱਲਣਗੇ ਜੇ ਅਸੀਂ ਇਸ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਨਹੀਂ ਕਰਾਂਗੇ, ਇਸ ਵਿੱਚ ਬੁਰੇ ਕੰਮ ਹੀ ਕਰਾਂਗੇ, ਸਾਰਿਆਂ ਦੀ ਬੁਰਾਈ ਕਰਾਂਗੇ, ਨਿੰਦਾ ਚੁਗਲੀ ਕਰਾਂਗੇ, ਤਾਂ ਸਾਨੂੰ ਫਿਰ ਨਰਕ ਵਿੱਚ ਹੀ ਜਾਣਾ ਪਏਗਾ। ਉਵੇਂ ਜਿਵੇਂ ਕਿ ਲੋਹਾਰ ਜਿਹੜਾ ਲੱਕੜੀ, ਜਲੀ ਲੱਕੜੀ ਜਿਹੜੀ ਲੋਹਾਰ ਦੇ ਕੋਲ ਤੋਂ ਜਾਣ ਤੋਂ ਡਰਦੀ ਹੈ ਨਾ ਕਿ ਉਹ ਮੈਨੂੰ ਫਿਰ ਜਲਾਏਗਾ, ਇਸੇ ਤਰ੍ਹਾਂ ਆਪਾਂ ਨੂੰ ਕਰਨਾ ਚਾਹੀਦਾ ਕਿ ਅਸੀਂ ਸਾਨੂੰ ਕਿਤੇ ਅਸੀਂ ਫਿਰ ਪਰਮਾਤਮਾ ਸਾਨੂੰ ਨਰਕ ਵਿੱਚ ਨਾ ਘੱਲ ਦੇਵੇ, ਕਿ ਅਸੀਂ ਆਪਣਾ ਜਿਹੜਾ ਮਨੁੱਖਾ ਜੀਵਨ ਹੈ ਉਹ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ, ਬਹੁਤ ਵਧੀਆ ਸਮਝਾਇਆ ਮਨਦੀਪ ਕੌਰ ਜੀ ਨੇ ਤੇ ਵਰਿੰਦਰ ਕੌਰ ਜੀ ਨੇ, ਬਹੁਤ ਚੰਗੀ ਤਰ੍ਹਾਂ ਸਾਨੂੰ ਕਾਫੀ ਸਲੋਕ ਕਲੀਅਰ ਕਰ ਦਿੱਤਾ। ਤੋ ਮੈਂ ਇੱਕ ਗੱਲ ਕਰਨਾ ਚਾਹੁੰਦਾ ਵਾਂ ਕਿ ਮੈਂ ਇੱਕ ਗੱਲ ਪਹਿਲੇ ਵੀ ਕੀਤੀ ਸੀ ਇੱਕ ਵਾਰ ਕਿ ਜੋ ਵਿਕਾਰ ਨੇ,
ਇਹ ਕਿਸੇ ਦੇ ਵਸ ਵਿੱਚ ਨਾ ਕਦੇ ਆਏ ਸੀ ਤੇ ਨਾ ਕਦੇ ਆਏ ਨੇ, ਲੇਕਿਨ ਇਹਨਾਂ ਦੀ ਜੋ ਪਾਵਰ ਹੈ, ਜੋ ਇਹਨਾਂ ਤੋਂ એનર્ਜੀ ਜੋ ਜਨਰੇਟ ਹੁੰਦੀ ਹੈ, ਉਹਦਾ ਅਸੀਂ ਕਿਤੇ ਨਾ ਕਿਤੇ ਯੂਜ਼ ਕਰ ਸਕਦੇ ਹਾਂ। ਜਿਨ੍ਹਾਂ ਨੇ ਸਾਈਕੋਲੋਜੀ ਪੜ੍ਹੀ ਹੈ ਜਾਂ ਫਿਰ ਜੋ ਸਾਈਕੋਲੋਜੀ ਬਾਰੇ ਦੇਖਣਾ ਸੁਣਨਾ ਪਸੰਦ ਕਰਦੇ ਨੇ, ਉਹਨਾਂ ਨੂੰ ਇਹ ਨੌਲੇਜ ਹੋਏਗੀ ਚੰਗੀ ਤਰ੍ਹਾਂ ਕਿ ਜੋ ਵਿਕਾਰ ਨੇ ਇਹ ਕਦੇ ਵੀ ਕੰਟਰੋਲ ਵਿੱਚ ਨਹੀਂ ਆ ਸਕਦੇ। ਲੇਕਿਨ ਜੋ ਇਹਨਾਂ ਤੋਂ એનર્ਜੀ ਜਨਰੇਟ ਹੁੰਦੀ ਹੈ, ਜਿਵੇਂ ਕਾਮ, ਕ੍ਰੋਧ, ਲੋਭ, ਮੋਹ ਵਿੱਚ ਬਹੁਤ ਸਾਰੀ એનર્ਜੀ ਹੁੰਦੀ ਹੈ, ਜਨਰੇਟ ਹੁੰਦੀ ਹੈ, ਤੇ ਅਸੀਂ ਉਸ એનર્ਜੀ ਨੂੰ ਬਚਾ ਕੇ ਕਿਸੇ ਹੋਰ ਕੰਮ ਵਿੱਚ ਯੂਜ਼ ਕਰ ਸਕਦੇ ਹਾਂ। ਤੇ ਜਿਵੇਂ ਕਿ ਮੈਂ ਕਹਿ ਰਿਹਾ ਹਾਂ, ਤੇ ਇਹਦੇ ਮੈਂ ਐਗਜ਼ਾਮਪਲ ਤੁਹਾਨੂੰ ਦੇਣਾ ਚਾਹਾਂਗਾ ਕਿ ਅਸੀਂ ਮਾਇਆ ਦੀ ਥਾਂ ਤੇ ਉਸ ਪ੍ਰਭੂ ਦੇ ਨਾਮ ਦਾ ਲੋਭ ਕਰ ਸਕਦੇ ਹਾਂ। ਅਸੀਂ ਮਾਇਆ ਦੀ ਥਾਂ ਤੇ ਉਸ ਪ੍ਰਭੂ ਦੇ ਨਾਮ ਦਾ ਲੋਭ ਕਰ ਸਕਦੇ ਹਾਂ। ਅਸੀਂ ਇਹ ਲਾਲਚ ਕਰਨ ਦੀ ਥਾਂ ਤੇ ਕਿ ਮੈਨੂੰ ਹੋਰ ਪੈਸੇ ਮਿਲ ਜਾਣ, ਮੈਨੂੰ ਹੋਰ ਪ੍ਰੋਫਿਟ ਮਿਲ ਜਾਏ, ਜਾਂ ਫਿਰ ਮੈਨੂੰ ਹੋਰ ਵਿਆਜ ਮਿਲ ਜਾਏ, ਇੰਟਰਸਟ ਮਿਲ ਜਾਏ, ਅਸੀਂ ਉਹਦੀ ਥਾਂ ਤੇ ਪ੍ਰਭੂ ਦੇ ਨਾਮ ਦਾ ਲੋਭ ਕਰ ਸਕਦੇ ਹਾਂ। ਤੇ ਜਿਵੇਂ ਕਿ ਅਸੀਂ ਰੋਜ਼ 5 ਬਾਣੀਆਂ ਕਰਨੇ ਆ, ਮਨ ਵਿੱਚ ਲੋਭ ਆ ਜਾਏ, ਚੱਲ ਇੱਕ ਜਪਜੀ ਸਾਹਿਬ ਦਾ ਪਾਠ ਹੋਰ ਕਰ ਲੈਂਦੇ ਆ, ਚਲੋ ਫਿਰ ਹੋਰ ਲੋਭ ਆ ਜਾਏ, ਚਲੋ ਜੀ ਇੱਕ ਚੌਪਈ ਸਾਹਿਬ ਦਾ ਵੀ ਨਾਲ ਕਰ ਲੈਂਦੇ ਆ, ਚਲੋ ਕੋਈ ਨਹੀਂ 5 ਮਿੰਟ ਵਾਹਿਗੁਰੂ ਸਿਮਰਨ ਹੋਰ ਕਰ ਲੈਂਦੇ ਆ। ਅਸੀਂ ਪ੍ਰਭੂ ਦੇ ਨਾਮ ਦਾ ਲੋਭ ਆਪਣੇ ਅੰਦਰ ਕਰੀਏ, ਪੈਦਾ ਕਰੀਏ। ਜਿਵੇਂ ਕਿ ਪਾਤਸ਼ਾਹ ਅਨੰਦ ਸਾਹਿਬ ਵਿੱਚ ਵੀ ਫਰਮਾਨ ਕਰਦੇ ਨੇ ਕਿ ਜੈਸੀ ਅਗਨ ਉਦਰ ਮੈਂ, ਜਿਹੋ ਜੀ ਅਗਨ ਮਾਤਾ ਦੇ ਉਦਰ ਵਿੱਚ, ਉਹਦੇ ਗਰਭ ਵਿੱਚ ਜਿਹੋ ਜੀ ਅਗਨ ਹੈ, ਤੈਸੀ ਬਾਹਰ ਮਾਇਆ, ਤੇਹੋ ਜਿਹੀ ਅਗਨ ਵੈਸੀ ਹੀ ਅਗਨ ਬਾਹਰ ਹੈ। ਜਿਹੋ ਜੀ ਅਗਨ ਮਾਤਾ ਦੇ ਗਰਭ ਵਿੱਚ ਸੀ, ਉਦਰ ਵਿੱਚ, ਉਹੋ ਜਿਹੀ ਬਾਹਰ ਹੈ। ਪਾਤਸ਼ਾਹ ਨੇ ਬੜਾ ਕਲੀਅਰਲੀ ਸਮਝਾ ਦਿੱਤਾ ਕਿ ਤੂੰ ਕਿਤੇ ਭਟਕ ਨਾ ਜਾਏ, ਕਿ ਉਹ ਚੀਜ਼ ਅਲੱਗ ਹੈ ਤੇ ਜਿਹੜੀ ਗਰਭ ਦੇ ਅੰਦਰ ਜਿਹੜੀ ਚੀਜ਼ ਸੀ ਉਹ ਅਲੱਗ ਹੈ ਨਾ, ਦੋਨੋਂ ਚੀਜ਼ਾਂ ਅਲੱਗ ਨੇ। ਤੂੰ ਗਰਭ ਵਿੱਚ ਨਾਮ ਜਪਿਆ ਸੀ ਤਾਂ ਤੇਰਾ ਪਾਰ ਉਤਾਰਾ ਹੋਇਆ, ਜੇ ਤੇਰੇ ਲਿਵ ਟੁੱਟ ਜਾਂਦੀ ਤੂੰ ਪੈਦਾ ਨਹੀਂ ਸੀ ਹੋਣਾ, ਤੇ ਤੇਰੀ ਲਿਵ ਜੁੜੀ ਰਹੀ ਤਾਂ ਹੀ ਤੂੰ ਪੈਦਾ ਹੋਇਆ। ਤੇ ਜਦੋਂ ਬੱਚਾ ਹੁੰਦਾ ਉਹਨੂੰ ਘਰ ਦੇ ਪਿਆਰ ਕਰਦੇ ਨੇ, ਧੀਰੇ ਧੀਰੇ ਉਹਦੇ ਅੰਦਰ ਮੋਹ ਵਗੈਰਾ ਸਾਰੇ ਵਿਕਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਪਾਤਸ਼ਾਹ ਕਹਿੰਦੇ ਨੇ ਕਿ ਅਗਰ ਤੂੰ ਗਰਭ ਵਿੱਚ ਉੱਭਰ ਕੇ ਨਾਮ ਜਪਣ ਦੇ ਕਾਰਨ, ਉਵੇਂ ਹੀ ਤੂੰ ਦੁਨੀਆ ਵਿੱਚ ਵੀ ਹੁਣ ਤੂੰ ਜਦੋਂ ਪੈਦਾ ਹੋ ਚੁੱਕਿਆ ਤੂੰ ਤਾਂ ਵੀ ਉਧਰੇਂਗਾ, ਜਦੋਂ ਤੂੰ ਪ੍ਰਭੂ ਦਾ ਨਾਮ ਜਪੇਂਗਾ ਤਾਂ ਵੀ ਤੇਰਾ ਪਾਰ ਉਤਾਰਾ ਹੋਏਗਾ। ਤੇ ਮੈਂ ਅਗਲੇ ਵਿਕਾਰ ਦੀ ਗੱਲ ਕਰਾਂ ਜੀ, ਕਿ ਜੋ એનર્ਜੀ ਸਾਡੀ ਕ੍ਰੋਧ ਦੇ ਕਾਰਨ ਹੁੰਦੀ ਹੈ, ਜਨਰੇਟ ਹੁੰਦੀ ਹੈ, ਜਿਸ ਤਰ੍ਹਾਂ ਕਿ ਕ੍ਰੋਧ ਵਿੱਚ ਕਈ ਵਾਰ ਬਹੁਤ ਜ਼ਿਆਦਾ એનર્ਜੀ ਜਨਰੇਟ ਹੁੰਦੀ, ਸਾਡਾ ਮਨ ਕਰਦਾ ਯਾਦ ਹੈ ਅਸੀਂ ਬੜਾ ਕੁਝ ਬੋਲ ਦਈਏ ਜਾਂ ਫਿਰ ਕੁਝ ਤੋੜ ਦਈਏ, ਇਹੋ ਜਿਹੀ ਸਾਡੇ ਅੰਦਰ ਭਾਵਨਾ ਆ ਜਾਂਦੀ ਹੈ। ਅਸੀਂ ਉਸ ਕ੍ਰੋਧ ਦਾ ਇਸਤੇਮਾਲ ਜਾਂ ਤੇ ਕਿਸੇ ਐਸੇ ਕੰਮ ਵਿੱਚ ਕਰੀਏ ਜਿਹਦੇ ਵਿੱਚ ਚੁਸਤੀ ਫੁਰਤੀ ਦੀ ਲੋੜ ਹੈ, ਤਾਕਤ ਦੀ ਲੋੜ ਹੈ, ਤਾਕਤ ਲੱਗਦੀ ਹੈ, ਜਾਂ ਫਿਰ ਗੁਰੂ ਸਾਹਿਬ ਨੇ ਸਾਨੂੰ ਸਾਡਾ ਮਾਰਸ਼ਲ ਆਰਟਸ ਬਖਸ਼ਿਆ ਹੋਇਆ, ਉਹ ਹੈ ਜੀ ਗੱਤਕੇ ਵਿੱਚ ਚੁਸਤੀ ਫੁਰਤੀ ਤਾਕਤ ਦੀ ਲੋੜ ਹੁੰਦੀ ਹੈ, ਤਾਂ ਅਸੀਂ ਉਸ ਵਿੱਚ ਯੂਜ਼ ਕਰ ਸਕਦੇ ਹਾਂ। ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਅਸੀਂ ਪਰਮਾਤਮਾ ਦੇ ਨਾਮ ਦਾ ਲੋਭ ਕਰੀਏ, ਤੇ ਉਹ ਜਦੋਂ ਅਸੀਂ ਲੋਭ ਕਰਾਂਗੇ ਪਰਮਾਤਮਾ ਦੇ ਨਾਮ ਦਾ, ਤੇ ਉਹ ਲੋਭ ਕਰਦੇ ਕਰਦੇ ਅਸੀਂ ਸਾਡਾ ਜਿਹੜਾ ਮੂੰਹ ਹੈ ਉਹ ਵੀ ਪਰਮਾਤਮਾ ਵੱਲ ਹੋਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਪਰਿਵਾਰ ਜਾਂ ਫਿਰ ਦੋਸਤਾਂ ਦੀ ਜਗ੍ਹਾ, ਜੋ ਦੋਸਤਾਂ ਦੇ ਨਾਲ ਜੋ ਸਾਡਾ ਮੋਹ ਹੁੰਦਾ ਹੈ, ਉਹ ਧੀਰੇ ਧੀਰੇ ਪਰਮਾਤਮਾ ਵੱਲ ਜਾਣਾ ਸ਼ੁਰੂ ਕਰ ਦਿੰਦਾ ਹੈ। ਤੇ ਮੈਂ ਦੋ ਹੋਰ ਵਿਕਾਰਾਂ ਦੀ ਗੱਲ ਕਰਾਂ, ਉਹ ਹੈ ਜੀ ਹੰਕਾਰ। ਅਸੀਂ ਹੰਕਾਰ ਦੀ ਥਾਂ ਤੇ ਇਸ ਚੀਜ਼ ਦਾ ਮਾਣ ਕਰ ਸਕਦੇ ਹਾਂ ਕਿ ਸਾਡਾ ਕਿੰਨਾ ਅਮੀਰ ਇਤਿਹਾਸ ਹੈ, ਕਿੰਨਾ ਅਮੀਰ ਸਾਡਾ ਵਿਰਸਾ ਹੈ, ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੁਰਬਾਣੀ ਦਾ ਕਿਆ ਅਨਮੋਲ ਖਜ਼ਾਨਾ ਛੱਡ ਕੇ ਗਏ ਨੇ। ਜੇ ਅਸੀਂ ਵਿਚਾਰ ਕਰੀਏ, ਜਿਵੇਂ ਕਿ ਅਸੀਂ ਹੁਣ ਵੀ ਕਰ ਰਹੇ ਹਾਂ, ਅਸੀਂ ਸਾਰੇ ਹੈਰਾਨ ਹੁੰਦੇ ਹਾਂ ਕਿ ਪਤਾ ਨਹੀਂ ਪਾਤਸ਼ਾਹ ਕਿੰਨਾ ਜ਼ਿਆਦਾ ਖਜ਼ਾਨਾ ਛੱਡ ਕੇ ਗਏ ਨੇ, ਅਸੀਂ ਹੱਲੇ ਵੀ ਕਿੰਨੇ ਖਜ਼ਾਨੇ ਤੋਂ ਦੂਰ ਹਾਂ। ਤੇ ਜੋ ਮੈਂ ਅਗਲੇ ਲਾਸਟ ਵਿਕਾਰ ਦੀ ਗੱਲ ਕਰਾਂ, ਜੋ ਮੈਂ ਮੇਨ ਵਿਕਾਰਾਂ ਦੀ ਗੱਲ ਕੀਤੀ ਹੈ, ਬਾਕੀ ਆਪ ਜੀ ਆਪਣੇ ਹਿਸਾਬ ਨਾਲ ਵਿਕਾਰਾਂ ਦੀ ਮੈਨੇਜਮੈਂਟ ਕਰ ਸਕਦੇ ਹੋ ਕਿ ਅਸੀਂ ਉਹਦਾ ਕਿਸ ਤਰ੍ਹਾਂ ਮੈਨੇਜਮੈਂਟ ਕਰੀਏ, ਠੀਕ ਹੈ ਜੀ। ਤੇ ਅਸੀਂ ਈਰਖਾ ਦੀ ਥਾਂ ਤੇ ਗੁਣ ਸਿੱਖੀਏ, ਗੁਣ ਸਿੱਖੀਏ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਉਹ ਬੰਦਾ ਇਸ ਤਰ੍ਹਾਂ ਕਰਦਾ ਹੈ, ਉਹ ਬੰਦੇ ਦੇ ਇੰਨੇ ਵਧੀਆ ਮਾਰਕਸ ਆ ਗਏ, ਉਹ ਬੰਦੇ ਦੀ ਬੜੀ ਕਮਾਈ ਹੋ ਗਈ, ਉਹਨੇ ਗੱਡੀ ਲੈ ਲਈ, ਉਹਨੇ ਘਰ ਬਣਾ ਲਿਆ, ਤੇ ਅਸੀਂ ਇੱਥੋਂ ਤੱਕ ਤੇ ਦੇਖੋ ਜੀ ਈਰਖਾ। ਲੇਕਿਨ ਜਦੋਂ ਅਸੀਂ ਕਹਾਂਗੇ ਕਿ ਉਹਨੇ ਇਸ ਵਾਸਤੇ ਮਿਹਨਤ ਕੀਤੀ ਸੀ, ਤੇ ਤਾਂ
ਅਸੀਂ ਮੈਂ ਵੀ ਉਸ ਤੋਂ ਪੁੱਛਾਂ ਕਿ ਭਾਈ ਤੂੰ ਕੀ ਕੀਤਾ, ਤੂੰ ਕਿਸ ਤਰ੍ਹਾਂ ਕੀ ਕੀਤਾ, ਅਸੀਂ ਉਹਦੇ ਕੋਲੋਂ ਸਿੱਖੀਏ। ਜਾਂ ਫਿਰ ਮੈਂ ਤੇ ਕਹਾਂਗਾ ਕਿ ਅਸੀਂ ਨਾਮ ਜਪਣ ਵਾਲੇ ਬੰਦੇ ਤੋਂ ਈਰਖਾ ਕਰੀਏ। ਅਸੀਂ ਨਾਮ ਜਪਣ ਵਾਲੇ ਬੰਦੇ ਤੋਂ ਈਰਖਾ ਕਰੀਏ ਕਿ ਉਹ ਇੰਨਾ ਨਾਮ ਜਪਦਾ, ਮੈਂ ਉਸ ਤੋਂ ਹੀ ਵੱਧ ਨਾਮ ਜਪਾਂ, ਤੇ ਧੀਰੇ ਧੀਰੇ ਸਾਡਾ ਮਨ ਵੀ ਨਿਰਮਲ ਹੋਣਾ ਸ਼ੁਰੂ ਹੋਏਗਾ। ਸੋ ਜਸਵੀਰ ਸਿੰਘ ਜੀ ਦਮਦਮਾ ਸਾਹਿਬ ਦਾ ਹੈਂਡ ਰੇਜ਼ ਹੈ। ਵੀਰ ਜੀ ਤੁਸੀਂ ਉਹਨਾਂ ਨੂੰ ਸਪੋਟਲਾਈਟ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵੀਰ ਜੀ ਅੱਜ ਬਹੁਤ ਵਧੀਆ ਸ਼ਲੋਕ ਕਬੀਰ ਜੀ ਦਾ ਆਇਆ ਹੋਇਆ ਹੈ। ਆਪਾਂ ਹਰ ਵੇਲੇ ਨਾ ਸਤਿਗੁਰੂ ਤੋਂ ਜੇ ਆਪਾਂ ਮੰਗਣਾ ਵੀ ਹੈ, ਇੱਕ ਆਪਾਂ ਦੇਖੋ ਦੂਸਰਾ ਧਨ ਦੀ ਤਾਂ ਜ਼ਰੂਰ ਲਾਲਸਾ ਕਰਦੇ ਹਾਂ, ਲਾਲਚ ਕਰਦੇ ਹਾਂ, ਪਰ ਦੇਖੋ ਜਿਹੜਾ ਇੱਕ ਮਾਇਆ ਹੈ ਔਰ ਧਨ ਹੈ ਉਹਦੀ ਸਾਨੂੰ ਲੋੜ ਵੀ ਹੈਗੀ ਹੈ, ਕਿਉਂਕਿ ਮਾਇਆ ਗੁਜਰਾਨ ਹੈ। ਆਪਾਂ ਸਤਿਗੁਰ ਤੋਂ ਇੱਕ ਨਾਮ ਦਾ ਧਨ ਵੀ ਮੰਗੀਏ, ਕਿਉਂਕਿ ਉਹੀ ਸਿੱਖ ਵੱਡੇ ਭਾਗਾਂ ਵਾਲਾ ਹੁੰਦਾ ਹੈ ਜਿਹੜਾ ਕਿ ਸਿੱਖ ਸਤਿਗੁਰੂ ਤੋਂ ਨਾਮ ਦਾ ਧਨ ਮੰਗਦਾ ਹੈ। ਔਰ ਸਤਿਗੁਰ ਸਾਡੇ ਐਡੇ ਵਧੀਆ ਕਿ ਉਹ ਸਤਿਗੁਰ ਸਿੱਖ ਦੀ ਹਰ ਥਾਂ ਤੇ ਰੱਖਿਆ ਕਰਦੇ ਹੈ, ਔਰ ਸਤਿਗੁਰ ਆਪਣੇ ਸੇਵਕ ਉੱਤੇ ਸਦਾ ਮਿਹਰ ਕਰਦਾ ਹੈ, ਔਰ ਸਤਿਗੁਰ ਆਪਣੇ ਸਿੱਖ ਦੀ ਭੈੜੀ ਮੱਤ ਜਿਹੜੀ ਔਰ ਰੂਪੀ ਮੈਲ ਹੈ ਜਿਹੜੀ ਉਹ ਦੂਰ ਕਰਦਾ ਹੈ। ਔਰ ਕਿਉਂਕਿ ਸਿੱਖ ਆਪਣੇ ਸਤਿਗੁਰ ਦੇ ਉਪਦੇਸ਼ ਰਾਹੀਂ ਪ੍ਰਭੂ ਦਾ ਨਾਮ ਸਿਮਰਦਾ ਹੈ ਨਾ, ਜਿਹੜਾ ਉਹਦੇ ਵਿੱਚ ਸਿੱਖ ਦੇ ਵਿੱਚ ਵਿਕਾਰ ਹੈ, ਜਦੋਂ ਆਪਾਂ ਬਾਣੀ ਪੜਾਂਗੇ ਵਿਕਾਰ ਹਟ ਜਾਂਦੇ ਆ ਤੇ ਉਹਦੇ ਵੱਡੇ ਭਾਗ ਬਣ ਜਾਂਦੇ ਆ ਕਿ ਸਤਿਗੁਰ ਸਿੱਖ ਹਲਤ ਪਲਤ ਸਵਾਰ ਹੈ। ਜਿਹੜੇ ਸਾਡੇ ਸਤਿਗੁਰ ਹੈ ਨਾ, ਆਪਣੇ ਸਿੱਖ ਦਾ ਲੋਕ ਤੇ ਪਰਲੋਕ ਵੀ ਸਵਾਰ ਦਿੰਦੇ ਆ। ਨਾਨਕ ਸਤਿਗੁਰ ਕੋ ਜੀ ਨਾਲ ਸਮਾਰੈ, ਤੇ ਸਤਿਗੁਰ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ, ਬਹੁਤ ਪਿਆਰੀ ਵਿਚਾਰ ਦਿੱਤੀ ਇਹਨਾਂ ਨੇ ਕਿ ਗੁਰਬਾਣੀ ਪੜਾਂਗੇ ਤੇ ਸਾਡੇ ਵਿਕਾਰ ਵੀ ਦੂਰ ਹੋਣਗੇ। ਸਾਨੂੰ ਕਿਉਂਕਿ ਜੋ ਇਹ ਵਿਕਾਰ ਦੀ ਜਿਹੜੀ ਮੈਨੇਜਮੈਂਟ ਦੀ ਮੈਂ ਗੱਲ ਕੀਤੀ ਹੈ, ਜਾਂ ਫਿਰ ਅਸੀਂ ਕਿਸ ਤਰ੍ਹਾਂ ਕਿਸ ਥਾਂ ਤੇ ਬਿਹੇਵ ਕਰਨਾ, ਜਿਵੇਂ ਕਿ ਮਾਂ ਪਿਓ ਆਪਣੇ ਬੱਚੇ ਨੂੰ ਨਹੀਂ ਸਿਖਾਉਂਦੇ ਕਿ ਬੇਟਾ ਤੂੰ ਇਸ ਤਰ੍ਹਾਂ, ਤੂੰ ਇੱਥੇ ਇਸ ਤਰ੍ਹਾਂ ਬਿਹੇਵ ਕਰਨਾ ਹੈ। ਗੁਰੂ ਸਾਹਿਬ ਸਾਨੂੰ ਛੋਟੀ ਤੋਂ ਛੋਟੀ ਚੀਜ਼ ਤੇ ਵੱਡੀ ਤੋਂ ਵੱਡੀ ਚੀਜ਼, ਆਸਾਨ ਤੋਂ ਆਸਾਨ ਤੇ ਕੰਪਲੈਕਸ ਤੋਂ ਕੰਪਲੈਕਸ ਚੀਜ਼ ਸਾਨੂੰ ਸਮਝਾਉਂਦੇ ਨੇ ਬਹੁਤ ਆਸਾਨ ਢੰਗ ਨਾਲ। ਸੱਚਮੁੱਚ ਅਸੀਂ ਬੜੇ ਵਡਭਾਗੇ ਹਾਂ, ਸਾਡੇ ਕੋਲ ਇੰਨਾ ਵੱਡਾ ਖਜ਼ਾਨਾ, ਇੰਨਾ ਮਹਾਨ ਖਜ਼ਾਨਾ। ਗੁਰਕੀਰਤ ਵੀਰ ਜੀ ਦਾ ਹੈਂਡ ਰੇਜ਼ ਹੈ, ਇਹਨਾਂ ਨੂੰ ਸਪੋਟਲਾਈਟ ਤੇ ਲੈ ਲਓ ਜੀ। ਵੀਰ ਜੀ ਇਸ ਪ੍ਰਥਾਈ ਇੱਕ ਹੋਰ ਵਿਚਾਰ ਆਈ ਸੀ ਕਿ ਜਿਵੇਂ ਸਾਡੀ ਸੰਗਤ ਹੁੰਦੀ ਹੈ, ਜਿਵੇਂ ਕਬੀਰ ਬਨ ਕੀ ਦਾਦੀ ਲਾਕੜੀ ਠਾਡੀ ਕਰੇ ਪੁਕਾਰ, ਮਤ ਬਸ ਪਰੋ ਲੋਹਾਰ ਕਹਿ ਜਾ ਰਿਹਾ ਦੂਜੀ ਵਾਰ। ਜੇ ਇਨਸਾਨ ਜਿਵੇਂ ਅਗਰ ਲੱਕੜ ਦੇ ਤੌਰ ਤੇ ਹੈ ਤੇ ਉਹ ਅਗਰ ਲੋਹਾਰ ਦੇ ਵਸ ਵਿੱਚ ਪੈਂਦਾ ਤੇ ਉਹ ਬਾਰ-ਬਾਰ ਭੱਠੀ ਵਿੱਚ ਸੜਦਾ ਹੈਗਾ। ਅਸੀਂ ਅਰਦਾਸ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਜੇ ਸ਼ਰਨ ਮਿਲੇ ਤਾਂ ਆਪ ਜੀ ਦੀ ਸ਼ਰਨ ਮਿਲੇ, ਆਪ ਜੀ ਦੀ ਗੁਰਬਾਣੀ ਦੀ ਸ਼ਰਨ ਮਿਲੇ। ਉਸ ਨਾਲ ਕੀ ਹੋਏਗਾ ਕਿ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ, ਪਾਓ ਖਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤੇ ਢਾਲ, ਕੜੀਏ ਸਬਦ ਸੱਚੀ ਟਕਸਾਰ, ਜਿनको ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਾਲ। ਫਿਰ ਅਸੀਂ ਗੁਰੂ ਦੇ ਜਿਸ ਚਰਨ ਵਿੱਚ ਆ ਜਾਈਏ, ਗੁਰਬਾਣੀ ਦੀ ਸ਼ਰਨ ਵਿੱਚ ਆ ਜਾਈਏ ਤਾਂ ਉਹ ਸੱਚੀ ਟਕਸਾਲ ਦੇ ਵਿੱਚ ਅਸੀਂ ਆ ਜਾਵਾਂਗੇ। ਤਾਂ ਫਿਰ ਅਸੀਂ ਸੜ ਕੇ ਰਾਖ ਬਣਨ ਦੀ ਬਜਾਏ ਸੱਚੇ ਸੁੱਚੇ ਗੁਰਸਿੱਖ ਹੋਣ ਦੇ ਰਾਹ ਤੇ ਇੱਕ ਤਰ੍ਹਾਂ ਤੁਰ ਪਵਾਂਗੇ। ਸਤਿਗੁਰ ਸੱਚੇ ਪਾਤਸ਼ਾਹ ਅਗਰ ਬਖਸ਼ਿਸ਼ ਕਰਨ, ਆਪਣੀ ਸ਼ਰਨ ਵਿੱਚ ਲੈ ਆਉਣ ਸਾਨੂੰ, ਤਾਂ ਅਸੀਂ ਜਿਹੜੀ ਟਕਸਾਲ ਦੇ ਵਿੱਚੋਂ ਜਿਵੇਂ ਸੋਨੇ ਦੇ ਸਿੱਕੇ ਘੜੇ ਜਾਂਦੇ ਨੇ, ਉਸ ਤਰ੍ਹਾਂ ਸਾਡਾ ਜੀਵਨ ਵੀ ਇੱਕ ਸੋਨੇ ਵਾਂਗ ਹੋ ਸਕਦਾ ਹੈ। ਜੇ ਅਸੀਂ ਲੋਹਾਰ ਦੀ ਸ਼ਰਨ ਵਿੱਚ ਜਾਂ ਗਲਤ ਸੰਗਤ ਵਿੱਚ ਪਾਵਾਂਗੇ ਤਾਂ ਫਿਰ ਅਸੀਂ ਜਿਵੇਂ ਲੱਕੜ ਰਾਖ ਬਣ ਜਾਂਦੀ ਹੈ ਸੜਨ ਤੋਂ ਬਾਅਦ, ਉਹਦਾ ਕੁਝ ਵੀ ਨਹੀਂ ਰਹਿ ਜਾਂਦਾ, ਉਹਦਾ ਕੋਈ ਮੁੱਲ ਨਹੀਂ ਰਹਿ ਜਾਂਦਾ। ਫਿਰ ਅਸੀਂ ਉਸ ਤਰ੍ਹਾਂ ਹੋ ਸਕਦੇ ਹਾਂ। ਜਾਂ ਫਿਰ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਗੁਰੂ ਦੀ ਸੰਗਤ ਵਿੱਚ ਆ ਜਾਈਏ, ਗੁਰਬਾਣੀ ਦੇ ਆਸਰਾ ਲੈ ਲਈਏ ਤੇ ਅਸੀਂ ਸੋਨੇ ਦੀ ਟਕਸਾਲ ਵਿੱਚੋਂ ਜਿਵੇਂ ਸੋਨੇ ਦੇ ਸਿੱਕੇ ਨਿਕਲਦੇ ਨੇ, ਉਸ ਤਰ੍ਹਾਂ ਦੇ ਹੋ ਸਕਦੇ ਹਾਂ। ਵਾਹ ਜੀ, ਬਹੁਤ ਵਧੀਆ, ਬਹੁਤ ਪਿਆਰੇ ਵਿਚਾਰ ਦਿੱਤੇ ਗੁਰਕੀਰਤ ਵੀਰ ਜੀ ਨੇ, ਬਹੁਤ ਵਧੀਆ। ਵਾਹ ਜੀ ਵਾਹ, ਬਹੁਤ ਹੀ ਵਧੀਆ ਗੱਲ ਤੁਸੀਂ ਸਮਝਾ ਦਿੱਤੀ ਕਿ ਜਿਹੜਾ ਗੁਰੂ ਦੇ ਨਾਮ ਨਾਲ ਜੁੜੇਗਾ, ਜਿਹੜਾ ਗੁਰਬਾਣੀ ਪੜ੍ਹੇਗਾ, ਉਸ ਦੀ ਵਿਚਾਰ ਕਰੇਗਾ, ਤੇ ਸਿਰਫ ਵਿਚਾਰ ਹੀ ਨਾ ਕਰੇ, ਸਿਰਫ ਉਸ ਨੂੰ ਪੜ੍ਹੇ ਨਾ, ਬਲਕਿ ਆਪਣੀ ਲਾਈਫ ਵਿੱਚ ਉਸ ਨੂੰ ਇੰਪਲੀਮੈਂਟ ਵੀ ਕਰੇ, ਤੇ ਉਹ ਜਿਹੜਾ ਮਨੁੱਖ ਹੈ, ਜਿਹੜਾ ਕਦੇ ਕੋਇਲੇ ਵਾਂਗ ਹੋਏਗਾ, ਉਹ ਸੋਨਾ ਬਣ ਜਾਂਦਾ। ਬਹੁਤ ਵਧੀਆ ਵਿਚਾਰ ਗੁਰਕੀਰਤ ਵੀਰ ਜੀ ਨੇ ਦਿੱਤੀ, ਤੇ ਸੰਗਤ ਵੀ ਆਪ ਜੀ ਦੀ ਪ੍ਰੇਸ ਕਰ ਰਹੀ ਹੈ। ਵਾਹਿਗੁਰੂ। ਤੇ ਮੈਂ ਅਗਲੀ ਗੱਲ ਕਰਾਂ ਕਿ ਜਿਨ੍ਹਾਂ ਸਾਨੂੰ
ਕੱਲ ਵੀ ਗੱਲ ਚੱਲਦੀ ਸੀ, ਅਸੀਂ ਇਹੋ ਜਿਹੀ ਬੁੱਕਸ ਪੜ੍ਹੀਏ ਜਿਨ੍ਹਾਂ ਤੋਂ ਸਾਨੂੰ ਗਿਆਨ ਮਿਲੇ, ਸਾਨੂੰ ਵਿਕਾਰਾਂ ਦੇ ਬਾਰੇ ਹੋਰ ਗਹਿਰਾਈ ਨਾਲ ਸ਼ੋਧ ਕਰਨ ਦਾ ਮੌਕਾ ਮਿਲੇ, ਸਾਨੂੰ ਹੋਰ ਅਸੀਂ ਗਹਿਰਾਈ ਨਾਲ ਪੜ੍ਹ ਸਕੀਏ। ਬਹੁਤ ਸਾਰੇ ਸਪਿਰਿਚੁਅਲ ਲੀਡਰਸ ਨੇ, ਬਹੁਤ ਸਾਰੇ, ਜਿਵੇਂ ਕਿ ਜਿਨ੍ਹਾਂ ਨੇ ਰਜਨੀਸ਼ ਓਸ਼ੋ ਨੂੰ ਪੜ੍ਹਿਆ ਹੋਏਗਾ, ਬਹੁਤ ਹੀ ਡੂੰਘੀ ਤਰ੍ਹਾਂ ਨਾਲ ਸਮਝਾਉਂਦਾ ਹੈ ਉਹ ਆਪਣੀ ਬੁੱਕਸ ਵਿੱਚ। ਜਿਨ੍ਹਾਂ ਨੇ ਰਜਨੀਸ਼ ਓਸ਼ੋ ਨੂੰ ਪੜ੍ਹਿਆ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਕਿ ਵਿਕਾਰਾਂ ਦੀ ਮੈਨੇਜਮੈਂਟ ਕਿਸ ਤਰ੍ਹਾਂ ਕਰਨੀ ਹੈ। ਤੇ ਵੀਰ ਜੀ ਨੇ ਇੱਕ ਹੋਰ ਬੜੀ ਵਧੀਆ ਗੱਲ ਕੀਤੀ, ਉਸ ਤੋਂ ਮੈਨੂੰ ਇੱਕ ਆਈਡੀਆ ਆਇਆ ਕਿ ਉਹ ਕਹਿੰਦੇ ਕਿ ਸਾਨੂੰ ਪ੍ਰਭੂ ਜੀ ਆਪਣੇ ਸ਼ਰਨ ਵਿੱਚ ਰੱਖ ਲੈਣ। ਇਸ ਤੋਂ ਮੇਰੇ ਮਾਈਂਡ ਵਿੱਚ ਆਈਡੀਆ ਆਇਆ ਕਿ ਜੋ ਮੈਂ ਗੱਲ ਕੀਤੀ ਸੀ ਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਤੇ ਜੋ ਇੱਥੇ ਹੈ ਜੋ ਸਲੋਕ ਹੈ ਜੀ, ਇਹ ਜੋ ਪਹਿਲੀ ਤੁਕ ਹੈ, ਕਬੀਰ ਬਨ ਕੀ ਦਾਦੀ ਲਾਕਰੀ ਠਾਡੀ ਕਰੇ ਪੁਕਾਰ, ਮਤ ਬਸ ਪਰੋ ਲੋਹਾਰ ਕੇ ਜਾ ਰਿਹਾ ਦੂਜੀ ਵਾਰ। ਤੇ ਜਿਹੜੀ ਜੋ ਮਨੁੱਖ ਜਿਹੜਾ ਵਿਕਾਰਾਂ ਵਿੱਚ ਸੜ ਚੁੱਕਿਆ ਤੇ ਹੁਣ ਉਹ ਠੰਡਾ ਹੋ ਗਿਆ, ਅਰਥਾਤ ਉਹ ਬੇਨਤੀ ਕਰਦਾ ਪਿਆ ਕਿ ਮੈਂ ਕਿਤੇ ਲੋਹਾਰ ਦੇ ਵਸ ਨਾ ਪੈ ਜਾਵਾਂ, ਮੈਂ ਕਿਤੇ ਜਮਾ ਦੇ ਵਸ ਨਾ ਪੈ ਜਾਵਾਂ। ਕਿਉਂਕਿ ਅਗਰ ਮੈਂ ਉਹਨਾਂ ਦੇ ਵਸ ਪੈ ਗਿਆ ਤੇ ਜਾਂ ਤੇ ਉਹ ਮੈਨੂੰ ਕਿਸੇ ਜੂਨ ਵਿੱਚ ਸੁੱਟ ਦੇਣਗੇ, ਜਾਂ ਫਿਰ ਦੁਬਾਰਾ ਮਨੁੱਖਾ ਜਨਮ ਦੇ ਕੇ ਮੈਨੂੰ ਮੈਨੂੰ ਗਰਭ ਵਿੱਚ ਮੈਨੂੰ ਦੁਬਾਰਾ ਉਲਟਾ ਲਟਕਣਾ ਪਏਗਾ। ਸੱਚੀ ਮੁੱਚੀ ਉਹ ਅਗਨ ਹੀ ਹੈ ਗਰਭ ਵਿੱਚ ਕਿ ਉਲਟਾ ਲਟਕ ਕੇ ਅਸੀਂ ਇੰਨੇ ਮਹੀਨੇ ਨਾਮ ਜਪਦੇ ਹਾਂ ਇੰਨੀ ਗਰਮੀ ਵਿੱਚ, ਉਹ ਵੀ ਬਹੁਤ ਵੱਡੀ ਚੀਜ਼ ਹੈ। ਸੋ ਬਹੁਤ ਵਧੀਆ ਵਿਚਾਰ ਦਿੱਤਾ ਗੁਰਕੀਰਤ ਵੀਰ ਜੀ ਨੇ। ਹਾਂਜੀ, ਅਮਰਜੀਤ ਕੌਰ ਜੀ ਲਿਖਦੇ ਨੇ ਲੁਧਿਆਣੇ ਤੋਂ, ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨ ਲੱਗ ਪਏ ਤਾਂ ਬੁਰੇ ਵਿਚਾਰਾਂ ਦਾ ਹਨੇਰਾ ਦੂਰ ਹੁੰਦਾ ਹੈ, ਸਤਿਗੁਰ ਮਿਲੇ ਅੰਧੇਰਾ ਜਾਏ। ਵਾਹ ਜੀ ਵਾਹ, ਸਤਿਗੁਰ ਮਿਲੇ ਅੰਧੇਰਾ ਜਾਏ। ਕਿਉਂਕਿ ਸਤਿਗੁਰੂ ਦੱਸ ਦਿੰਦਾ ਕਿ ਅੰਧੇਰਾ ਕੀ ਹੈ ਤੇ ਰੋਸ਼ਨੀ ਕੀ ਹੈ। ਜਿਵੇਂ ਕਿ ਪੀਟੀਸੀ ਪੰਜਾਬੀ ਤੇ ਰੋਜ਼ ਗੁਰਬਾਣੀ ਤੋਂ ਬਾਅਦ ਕਦੇ ਨਾ ਕਦੇ ਕਲਿਪਸ ਦਿਖਾਉਂਦੇ ਨੇ ਛੋਟੀ ਮੋਟੀ ਗੁਰਬਾਣੀ ਆਈਡੀਓਲੋਜੀ ਉੱਤੇ। ਇੱਕ ਕਲਿਪ ਸੀ ਕਿ ਗੁਰੂ ਦਾ ਮੀਨਿੰਗ ਕੀ ਹੋਇਆ। ਕਹਿੰਦੇ ਗੁ ਯਾਨੀ ਅਗਿਆਨ ਜਾਂ ਅੰਧੇਰਾ, ਤੇ ਜਿਹੜੀ ਰੂਹ ਹੈ ਰੂਹ ਯਾਨੀ ਰੋਸ਼ਨੀ। ਤੋ ਕਹਿੰਦੇ ਕਿ ਜੋ ਗੁਰੂ ਸ਼ਬਦ ਹੈ ਇਹਦਾ ਮੀਨਿੰਗ ਇਹ ਬਣਿਆ ਕਿ ਜੋ ਸਾਨੂੰ ਅਗਿਆਨ ਤੋਂ, ਹਨੇਰੇ ਤੋਂ ਗਿਆਨ ਵੱਲ ਲੈ ਕੇ ਜਾਏ, ਰੋਸ਼ਨੀ ਵੱਲ ਲੈ ਕੇ ਜਾਏ। ਬਹੁਤ ਵਧੀਆ ਵਿਚਾਰ ਜੀ। ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਗੁਰਵਿੰਦਰ ਅੰਕਲ ਆਪਣੇ ਵਿਚਾਰ ਸ਼ੇਅਰ ਕਰਨ, ਉਹ ਕੰਕਲੂਜਨ ਸ਼ੇਅਰ ਕਰਨ ਜੀ ਸਾਡੇ ਨਾਲ। ਉਹਨਾਂ ਨੂੰ ਸਪੋਟਲਾਈਟ ਲੈ ਲਓ ਜੀ। ਵਾਹ ਜੀ ਰਵਨੀਤ ਬੇਟਾ ਜੀ, ਜੋ ਤੁਸੀਂ ਅੱਜ ਵਿਚਾਰ ਦੇ ਰਹੇ ਹੋ ਬਹੁਤ ਬਖਸ਼ਿਸ਼ ਵਾਲੇ ਵਿਚਾਰ ਨੇ ਜੀ। ਮੈਨੂੰ ਲੱਗਦਾ ਕਿ ਹੁਣ ਸਾਡੇ ਵਿਚਾਰਾਂ ਦੀ ਜ਼ਰੂਰਤ ਨਹੀਂ, ਆਪ ਜੀ ਬਹੁਤ ਪਿਆਰੇ ਸਾਰਾ ਵਿਚਾਰ ਕਰ ਰਹੇ ਹੋ ਜੀ। ਵਾਹਿਗੁਰੂ, ਬਹੁਤ ਬਖਸ਼ਿਸ਼, ਬਹੁਤ ਬਖਸ਼ਿਸ਼। ਬਸ ਮੈਂ ਇੱਕ ਛੋਟੀ ਜੀ ਗੱਲ ਕਰਾਂਗਾ ਜੀ, ਕਿਉਂਕਿ ਇੱਥੇ ਅੱਜ ਗੱਲ ਚੱਲ ਰਹੀ ਹੈ ਠਾਡੀ ਕਰੇ ਪੁਕਾਰ। ਜਦੋਂ ਧਰਤੀ ਨੇ ਪੁਕਾਰ ਕੀਤੀ ਸੀ ਨਾ ਗੁਰੂ ਨਾਨਕ ਸਾਹਿਬ ਵਾਸਤੇ, ਤੇ ਉਦੋਂ ਬਾਣੀ ਚ ਆਇਆ ਸੀ ਕਿ ਚੜਿਆ ਸੋਧਨ ਤਤ ਲੁਕਾਈ। ਤੇ ਉਸ ਵੇਲੇ ਪਾਤਸ਼ਾਹ ਨੂੰ ਆਉਣਾ ਪਿਆ ਸੀ ਇਸ ਧਰਤੀ ਨੂੰ, ਇਸ ਲੁਕਾਈ ਨੂੰ। ਉਸ ਵੇਲੇ ਕੀ ਸੀ, ਜਦੋਂ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਕਿਸੇ ਤੀਰਥਾਂ ਤੇ ਜਾਂਦੇ ਸੀ ਤਾਂ ਆਮ ਉੱਥੇ ਗੱਲ ਸੁਣਨ ਨੂੰ ਮਿਲਦੀ ਸੀ ਕਿ ਇਹ ਤੀਰਥਾਂ ਤੇ ਕਿਉਂ ਇਹੋ ਜਿਹਾ ਵਾਪਰ ਰਿਹਾ ਹੈ, ਕਿਉਂ ਵਿਕਾਰ ਤੀਰਥਾਂ ਤੇ ਵੀ ਆ ਗਏ ਹਨ। ਤਾਂ ਅੱਗੋਂ ਜਵਾਬ ਮਿਲਦਾ ਸੀ ਕਿ ਕਲਯੁਗ ਦਾ ਪਹਿਰਾ ਬਹੁਤ ਭਾਰੀ ਹੈ, ਉਹ ਤੀਰਥਾਂ ਤੇ ਵੀ ਵਰਤ ਰਿਹਾ ਹੈ। ਭਾਈ ਮਰਦਾਨਾ ਜੀ ਬੜੇ ਹੈਰਾਨ ਹੁੰਦੇ ਸਨ ਕਿ ਉਹ ਪਾਤਸ਼ਾਹ ਨੂੰ ਪੁੱਛਦੇ ਸਨ, ਇਹ ਪਾਤਸ਼ਾਹ ਤੀਰਥਾਂ ਦੇ ਵੀ ਆ ਕੇ ਲੋਕ ਆਪਣੇ ਵਿਕਾਰ ਦੂਰ ਕਰਨ ਆਉਂਦੇ ਹਨ, ਇੱਥੇ ਵੀ ਉਹ ਸਾਰਾ ਕੁਝ ਵਰਤ ਰਿਹਾ ਹੈ। ਇੱਥੇ ਰਹਿਣ ਵਾਲੇ ਲੋਕ ਜਿਹੜੇ ਹੈ, ਇਹਨੂੰ ਸੰਭਾਲਣ ਵਾਲੇ ਲੋਕ ਵੀ ਸਾਰੇ ਉਹੀ ਕੰਮ ਕਰ ਰਹੇ ਹੈ ਜੋ ਲੋਕ ਇੱਥੇ ਆ ਕੇ ਛੱਡਣਾ ਚਾਹੁੰਦੇ ਹੈ। ਅੱਗੋਂ ਗੁਰੂ ਸਾਹਿਬ ਬੜੇ ਸੋਹਣੇ ਜਵਾਬ ਦਿੰਦੇ ਸੀ, ਜਿਹਦੀ ਸਾਨੂੰ ਅੱਜ ਲੋੜ ਹੈ, ਜਿਹੜੀ ਵਿਚਾਰ ਦੀ ਸਾਨੂੰ ਅੱਜ ਲੋੜ ਹੈ। ਪਾਤਸ਼ਾਹ ਕਹਿੰਦੇ ਸਨ ਕਿ ਅਸਲ ਗੱਲ ਇਹ ਹੈ ਕਿ ਮਨੁੱਖ ਆਪਣੀ ਵਾਸ਼ਨਾ ਵਧਾਈ ਜਾ ਰਿਹਾ, ਮਨ ਦਾ ਚਾਕਰ ਬਣਦਾ ਜਾ ਰਿਹਾ ਹੈ। ਇਹ ਮੈਂ ਬੁੱਕ ਹੈ ਜੀ ਬੁਰਾਈ ਦਾ ਟਾਕਰਾ, ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਲਿਖੀ ਹੈ। ਉਹਦੇ 'ਚ ਇਹ ਸਾਰੀ ਉਹਨਾਂ ਨੇ ਵਿਚਾਰ ਦਿੱਤੀ ਹੈ ਕਿ ਜਦੋਂ ਮਨ ਦਾ ਚਾਕਰ ਬਣਦਾ ਤੇ ਇਹ ਜਿਹੜੀ ਮਿੱਠੀ ਲੱਗਦੀ ਮਾਇਆ, ਇਹਦਾ ਉਹ ਜਿਹੜਾ ਉਹ ਛੱਡਣਾ ਹੀ ਨਹੀਂ ਚਾਹੁੰਦਾ, ਉਹਦੇ ਵਿੱਚੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦਾ। ਪਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਦੋਸ਼ ਕਿਸੇ ਹੋਰ ਥਾਂ ਤੇ, ਹੋਰ ਕਿਸੇ ਦੇ ਉੱਤੇ ਮੜਨਾ ਚਾਹੁੰਦਾ, ਆਪ ਨਹੀਂ ਦੋਸ਼ ਲੈਂਦਾ। ਉਹ ਕਹਿੰਦਾ ਜੀ ਕਲਯੁਗ ਵਰਤ ਰਿਹਾ। ਪਾਤਸ਼ਾਹ ਨੇ ਫਿਰ ਇੱਕ ਬੜੀ ਸੋਹਣੀ ਗੱਲ ਕਹੀ
ਜਿਹੜੀ ਇਹ ਵਿਚਾਰਨਯੋਗ ਹੈ। ਮੈਂ ਸਾਰਿਆਂ ਨੂੰ ਕਹਾਂਗਾ ਕਿ ਆਪਣੇ ਗਿਆਨ ਗੋਲਕ ਦੇ ਵਿੱਚ ਜ਼ਰੂਰ ਲਿਖਣ। ਉਹਨਾਂ ਨੇ ਕਿਹਾ ਸੀ ਕਿ ਜਦੋਂ ਧਰਮ ਦੇ ਪੈਰੋਕਾਰ, ਉਹਦੇ ਲੀਡਰ ਤੇ ਉਹਦੇ ਅਨੁਯਾਈ, ਆਗੂ ਵੀ ਤੇ ਉਹਦੇ ਅਨੁਯਾਈ ਵੀ, ਜਦੋਂ ਆਪਣੀ ਕੁਰੀਤੀਆਂ ਨੂੰ, ਰੋਹ ਰੀਤਾਂ ਨੂੰ, ਆਪਣੇ ਵਿਕਾਰਾਂ ਨੂੰ ਛੱਡਣ ਦੀ ਬਜਾਏ ਉਹਦੀ ਜਸਟੀਫਿਕੇਸ਼ਨ ਦੇਣੀ ਸ਼ੁਰੂ ਕਰ ਦੇਣਗੇ ਨਾ, ਉਹ ਉਹਦੇ ਲਈ ਕੋਈ ਨਾ ਕੋਈ ਤਰਕ ਲੱਭ ਕੇ ਲੈ ਆਣਗੇ, ਤਾਂ ਉਦੋਂ ਉਸ ਕੌਮ ਦੇ ਵਿੱਚ ਨਿਗਾਰ ਆਉਣਾ ਸ਼ੁਰੂ ਹੋਏ। ਮਨ ਬਈ ਬੜਾ ਕਈ ਵਾਰੀ ਆਵਾਜ਼ਾਰ ਹੁੰਦਾ ਕਈ ਸਿੰਘਾਂ ਦੇ ਕੰਮ ਦੇਖ ਕੇ, ਪਰ ਕਈ ਵਾਰੀ ਬੜਾ ਖੁਸ਼ ਹੁੰਦਾ ਕਿ ਸਿੰਘ ਬਹੁਤ ਵਧੀਆ ਕੰਮ ਵੀ ਕਰ ਰਹੇ ਨੇ। ਪਰ ਕਿਤੇ ਕਿਤੇ ਮਨ ਇਹ ਵੀ ਹੁੰਦਾ ਕਿ ਨਹੀਂ, ਸਾਨੂੰ ਹਰੇਕ ਬੰਦੇ ਨੂੰ, ਕੱਲ ਪਰਸੋਂ ਇੱਕ WhatsApp ਤੇ ਵਿਚਾਰ ਚੱਲ ਰਹੀ ਸੀ ਕਿ ਸਿੱਖਾਂ ਕੀ ਕਰਨ, ਸਿੱਖ ਕੇ ਸਾਡੀ ਕੌਮ ਦੁਬਾਰਾ ਉਸ ਯੁੱਗ ਵਿੱਚ ਪਹੁੰਚੇ। ਤਾਂ ਬੜੀ ਸੋਹਣੀ ਵਿਚਾਰ ਡਾਕਟਰ ਵਿਜਪਾਲ ਸਿੰਘ ਨੇ ਦਿੱਤੀ ਕਿ ਆਪਣਾ ਆਪ ਸਵਾਰਨਾ ਸ਼ੁਰੂ ਕਰ ਦਿਓ। ਹਰੇਕ ਬੰਦਾ ਆਪਣੇ ਆਪ ਨੂੰ ਦੇਖੇ ਕਿ ਮੈਂ ਕਿੱਥੇ ਖੜਾ, ਉੱਥੋਂ ਅੱਗੇ ਚੱਲਾਂ। ਗੁਰੂ ਪਾਲ ਇਹ ਨਹੀਂ ਕਿ ਕੌਮ ਮੇਰੇ ਵਾਸਤੇ ਕੀ ਕਰੇ, ਹਰੇਕ ਸਿੱਖ ਸੋਚੇ ਕਿ ਮੈਂ ਪੰਥ ਵਾਸਤੇ, ਗੁਰੂ ਵਾਸਤੇ ਕੀ ਕਰਨਾ। ਬੜੀ ਸੋਹਣੀ ਵਿਚਾਰ ਮੈਂ ਇਹਦੇ 'ਚ ਕੱਲ ਇੱਕ ਪੜ੍ਹੀ ਕਿ ਜਿਹੜੀ ਠਾਡੀ ਕਰੇ ਪੁਕਾਰ, ਪਾਤਸ਼ਾਹ ਇਹ ਕਹਿੰਦੇ ਨੇ, ਤਾਂ ਸਾਨੂੰ ਪੁਕਾਰ ਕਰਨੀ ਚਾਹੀਦੀ, ਜਿਵੇਂ ਸਾਰਿਆਂ ਨੂੰ ਦੱਸਿਆ ਸ਼ਰਨ 'ਚ ਜਾਣਾ ਚਾਹੀਦਾ ਹੈ। ਮੈਂ ਇੱਕ ਗੁਰੂ ਪਾਤਸ਼ਾਹ ਦੀ ਗੱਲ ਕਰਕੇ, ਦਸਮ ਪਾਤਸ਼ਾਹ ਦੀ ਗੱਲ ਕਰਕੇ, ਬੁਰਾਈ ਦਾ ਟਾਕਰਾ ਜੀ ਜਿਹੜਾ ਬੁੱਕ ਦਾ ਨਾਮ ਹੈ। ਦਸਮ ਪਾਤਸ਼ਾਹ ਇੱਕ ਵਾਰੀ ਉਹਨਾਂ ਨੇ ਬੜੇ ਰਮਜ਼ ਵਿੱਚ ਸਾਰਿਆਂ ਦਾ ਟੈਸਟ ਲਿਆ ਕਰਦੇ ਸਨ। ਇੱਕ ਵਾਰੀ ਗੁਰਸਿੱਖਾਂ ਦੇ ਸੰਤੋਖ ਦਾ ਟੈਸਟ ਲਿਆ ਉਹਨਾਂ ਨੇ। ਦੀਵਾਨ ਜਦੋਂ ਸਮਾਪਤੀ ਹੋਈ, ਉਹਨਾਂ ਨੇ ਕਿਹਾ ਅੱਜ ਪ੍ਰਸ਼ਾਦ ਵਰਤੇਗਾ ਨਹੀਂ, ਅੱਜ ਤੁਸੀਂ ਲੁੱਟ ਲਓ ਪ੍ਰਸ਼ਾਦ ਜਿੰਨਾ ਲੁੱਟਿਆ ਜਾਂਦਾ। ਤੇ ਉਸ ਵੇਲੇ ਬੜੀ ਬੇਕਦਰੀ ਹੋਈ ਪ੍ਰਸ਼ਾਦ ਦੀ, ਤੇ ਥੱਲੇ ਵੀ ਗਿਰਿਆ ਪ੍ਰਸ਼ਾਦ, ਕਿਉਂਕਿ ਸਾਰੇ ਉਹ ਪ੍ਰਸ਼ਾਦ ਤੇ ਟੁੱਟ ਕੇ ਪੈ ਗਏ। ਬੜੀ ਬੇਰਸੀ ਹੋਈ। ਕਹਿੰਦੇ ਗੁਰੂ ਪਾਤਸ਼ਾਹ ਬੜੇ ਅਜੀਬ ਢੰਗ ਨਾਲ ਕਹਿੰਦੇ ਪਾਸੇ ਹੋ ਕੇ ਘਟਨਾ ਦੇਖਦੇ ਰਹੇ, ਪਰ ਬਹੁਤ ਸਾਰੇ ਸਿੰਘ ਇਹਦੇ ਵਿੱਚ ਸ਼ਾਮਲ ਨਹੀਂ ਹੋਏ। ਉਸ ਵੇਲੇ ਗੁਰੂ ਸਾਹਿਬ ਨੇ ਉਹਨਾਂ ਸਿੱਖਾਂ ਨੂੰ ਸ਼ਾਬਾਸ਼ ਦਿੱਤੀ ਜਿਹੜੇ ਨਹੀਂ ਉੱਠੇ ਸਨ, ਜਿਹੜੇ ਲੁੱਟ ਵਿੱਚ ਸ਼ਾਮਲ ਨਹੀਂ ਹੋਏ ਸਨ। ਤਾਂ ਉਹਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਇਹ ਗੱਲ ਕਹੀ ਕਿ ਗੁਰੂ ਨਾਨਕ ਦੇਵ ਜੀ ਦਾ ਬੀਜਿਆ ਹੋਇਆ ਸੰਤੋਖ ਦਾ ਬੀਜ ਵੱਧ ਫੁੱਲ ਰਿਹਾ ਹੈ, ਕਿਉਂਕਿ ਸੰਗਤ ਵਿੱਚ ਵਧੇਰੇ ਸੰਗ ਇਸੇ ਨਿਤਰੇ ਜੇ ਸੰਤੋਖ ਛੱਡ ਕੇ ਲੁੱਟ ਵਿੱਚ ਸ਼ਾਮਲ ਨਹੀਂ ਹੋਏ। ਸੋ ਮੈਂ ਅੱਜ ਵੀ ਗੁਰੂ ਪਾਤਸ਼ਾਹ ਦਾ ਬੜਾ ਧੰਨਵਾਦ ਕਰਦਾ ਹਾਂ ਕਿ ਐਸੇ ਸਿੰਘ ਬਹੁਤ ਹਨ ਜਿਹੜੇ ਸਿੰਘ ਇਸ ਲੁੱਟ ਵਿੱਚ ਸ਼ਾਮਲ ਨਹੀਂ ਹੋ ਰਹੇ, ਕਲਯੁਗ ਵਿੱਚ ਸ਼ਾਮਲ ਨਹੀਂ ਹੋ ਰਹੇ। ਕਲਯੁਗ ਦੇ ਪਹਿਰਾ ਹੁੰਦਿਆਂ ਹੋਇਆਂ ਵੀ ਉਹ ਬਾਣੀ ਦੇ ਧਾਰਨੀ ਹਨ। ਉਹ ਇਸ ਆਸ਼ੇ ਤੇ ਜੁੜੇ ਹਨ ਕਿ ਕਲਯੁਗ ਜੁਗਾ ਊਤਮੋ, ਐ ਕਰ ਕਰੇ ਸੋ ਐ ਕਰ ਪਾਏ। ਕਹਿੰਦੇ ਕਲ ਮੈਂ ਰਾਮ ਨਾਮ ਸਾਰ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਕਲਯੁਗ ਦੇ ਵਿੱਚ ਵੀ ਉਹ ਬੜੇ ਦ੍ਰਿੜ ਹਨ, ਗੁਰੂ ਪਾਤਸ਼ਾਹ ਦੇ ਆਸ਼ੇ ਤੇ ਚੱਲ ਰਹੇ ਹਨ। ਉਹਨਾਂ ਸਿੱਖਾਂ ਦੇ, ਆਪਣੇ ਗੁਰੂ ਤੇ ਵੀ, ਉਹਨਾਂ ਸਿੱਖਾਂ ਤੇ ਬੜਾ ਪ੍ਰਾਊਡ ਫੀਲ ਕਰਦਾ ਹਾਂ। ਉਹਨਾਂ ਬੱਚਿਆਂ ਤੇ, ਤੁਹਾਡੀ ਸੰਗਤ ਹੈ ਜਿਹੜੇ ਤੁਸੀਂ ਇੰਨੇ ਸਾਰੇ ਜੁੜੇ ਹੋ ਔਰ ਰੋਜ਼ ਜੁੜਦੇ ਹੋ। ਬਹੁਤ ਬਖਸ਼ਿਸ਼ ਵਾਲੀ ਗੱਲ ਹੈ ਕਿ ਅਸੀਂ ਇਸ ਤਰ੍ਹਾਂ ਹੀ ਸਾਰੇ ਜਾਣੇ ਇੱਕ ਸੇਵਾ ਕਰਦੇ ਰਹੀਏ ਔਰ ਕੋਸ਼ਿਸ਼ ਕਰੀਏ ਕਿ ਹੋਰ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਿੰਦਰ ਅੰਕਲ ਨੇ ਬਹੁਤ ਪਿਆਰ ਨਾਲ ਸਾਨੂੰ ਸਾਰਿਆਂ ਨੂੰ ਸਮਝਾਇਆ, ਬਹੁਤ ਪਿਆਰ ਨਾਲ ਸਾਨੂੰ ਸਾਰਿਆਂ ਨੂੰ ਇਸ ਸ਼ਲੋਕ ਦਾ ਆਂਤਰਿਕ ਭਾਵ ਸਮਝਾ ਦਿੱਤਾ। ਤੇ ਮੈਂ ਪਿੱਛੇ ਪੜ੍ਹ ਰਿਹਾ ਸੀ, ਉਰ ਦਾ ਮੀਨਿੰਗ ਹੁੰਦਾ ਹਿਰਦਾ, ਤੇ ਇਹਨਾਂ ਦਾ ਨਾਮ ਗੁਰਵਿੰਦਰ ਸਿੰਘ ਹੈ ਤੇ ਬੜੇ ਪਿਆਰ ਨਾਲ ਦਿਲ ਤੋਂ ਸਮਝਾਉਂਦੇ ਨੇ ਸਾਨੂੰ। ਸੋ ਹੁਣ ਮੈਂ ਬੇਨਤੀ ਕਰਾਂ ਕਿ ਪ੍ਰਵਿੰਦਰ ਅੰਕਲ ਵੀ ਇੱਕ ਸਮਰੀ ਸਾਨੂੰ ਦੱਸਣ ਜੀ। ਪ੍ਰਵਿੰਦਰ ਅੰਕਲ ਨਹੀਂ ਪ੍ਰੈਜ਼ੈਂਟ ਜੀ, ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
आज जी बहुत आनंद जी। ਵੀਰ ਰਵਨੀਤ ਸਿੰਘ ਜੀ ਇੰਨੇ ਗੁਣੀ ਹਨ, ਇੰਨੇ ਰੱਤੇ ਹੋਏ ਹਨ, ਇੰਨੇ ਰਸੇ ਹੋਏ ਹਨ, ਇੰਨੇ ਨੇੜੇ ਹਨ ਬਾਣੀ ਦੇ, ਅੱਜ ਦਰਸ਼ਨ ਹੋਏ ਹਨ ਜੀ। ਤੋ ਸਾਰੀ ਸੰਗਤ ਨੂੰ ਇਹਨੇ ਆਪ ਮਾਣਿਆ ਹੋਏਗਾ। ਸੁਣਿਆ ਸੀ ਰਵਨੀਤ ਸਿੰਘ ਜੀ ਯਮੁਨਾ ਨਗਰ ਰਹਿੰਦੇ ਹਨ, ਪਰ ਮੈਨੂੰ ਲੱਗਦਾ ਹੈ ਯਮੁਨਾ ਨਗਰ ਨਹੀਂ, ਇਹ ਬੇਗਮਪੁਰੇ ਵਿੱਚ ਵੀ ਰਹਿੰਦੇ ਹਨ ਨਾਲ ਦੇ ਨਾਲ। ਵਾਹਿਗੁਰੂ ਵਾਹਿਗੁਰੂ। ਹਰ ਰੋਜ਼ ਅਸੀਂ ਸ਼ਲੋਕ ਜੋ ਵਿਚਾਰਦੇ ਹਾਂ, ਅਨੇਕਾਂ ਹੀ ਉਦਾਹਰਨਾਂ, ਹਰ ਰੋਜ਼ ਇੱਕ ਨਵੀਂ ਉਦਾਹਰਣ ਦੇ ਕੇ ਕਬੀਰ ਜੀ ਅਸੀਂ ਦੇਖੀਏ ਲਗਭਗ ਹਰ ਸ਼ਲੋਕ ਇੱਕ ਉਦਾਹਰਣ ਹੈ ਕਿ ਕਿਤੇ ਮਨ ਕੋਈ ਸਿੱਖਿਆ ਲੈ ਕੇ ਉਸ ਵਿਚਾਰ ਨੂੰ ਸਮਝ ਲਵੇ, ਉਸ ਭੇਦ ਨੂੰ ਸਮਝ ਲਵੇ ਜੋ ਜੀਵਨ ਦਾ ਅਸਲ ਰਾਹ ਹੈ। ਇਸ ਸ਼ਲੋਕ ਦੇ ਵਿੱਚ ਵੀ ਜੋ ਗੱਲ ਕੀਤੀ ਹੈ ਕੋਲੇ ਦੀ, ਕੋਲੇ ਦੀ ਅਸੀਂ ਦੇਖੀਏ, ਕੋਲੇ ਨੂੰ ਅੱਖਾਂ ਅੱਗੇ ਲੈ ਕੇ ਆਈਏ। ਕੋਲਾ ਜਦੋਂ ਸੜਦਾ ਹੈ ਸਵਾਹ ਬਣ ਜਾਂਦਾ ਹੈ। ਤੇ ਕੀ ਸਾਡਾ ਜੀਵਨ ਵੀ ਇਸ ਤਰ੍ਹਾਂ ਹੈ? ਜੇ ਅਸੀਂ ਬਾਣੀ ਤੋਂ ਦੂਰ ਹਾਂ, ਜੇ ਅਸੀਂ ਨਾਮ ਤੋਂ ਦੂਰ ਹਾਂ, ਸੰਗਤ ਤੋਂ ਟੁੱਟੇ ਹੋਏ ਹਾਂ। ਅਸੀਂ ਮੰਨਦੇ ਹਾਂ ਜਿਹੜੀ ਮੌਤ ਹੈ, ਜੋ ਜੀਵਨ ਦੀ ਖੇਡ ਦਾ ਇੱਕ ਹਿੱਸਾ ਹੈ, ਉਹ ਮੌਤ ਇੱਕ ਵਾਰ ਆਉਂਦੀ ਹੈ। ਪਰ ਗੁਰਬਾਣੀ ਮੁਤਾਬਕ ਇਹ ਜਿਹੜੀ ਮੌਤ ਹੈ ਇੱਕ ਵਾਰ ਨਹੀਂ, ਇਹ ਕਈ ਵਾਰ ਆਉਂਦੀ ਹੈ। ਇੱਕ ਵਾਰ ਤਾਂ ਸਰੀਰਕ ਮੌਤ ਆਉਂਦੀ ਹੈ, ਪਰ ਉਸ ਤੋਂ ਪਹਿਲਾਂ ਜੇ ਅਸੀਂ ਸੰਗਤ ਤੋਂ ਬਾਣੀ ਤੋਂ ਟੁੱਟੇ ਹੋਏ ਹਾਂ, ਫਿਰ ਸਾਡਾ ਜੀਵਨ ਵੀ ਜਿਹੜਾ ਕੋਲੇ ਵਾਂਗ ਦੇ ਨਿਆਈ ਹੈ, ਜੋ ਸੜ ਕੇ ਸੁਆਹ ਹੋ ਜਾਂਦਾ ਹੈ। ਕਈ ਵਾਰ ਇੱਕ ਦਿਨ ਵਿੱਚ ਕਈ ਵਾਰ ਸਾਡੀ ਜਿਹੜੀ ਆਤਮਕ ਮੌਤ ਹੈ ਜਿਹੜੀ ਹੈ ਉਹ ਸਾਨੂੰ ਸਹਿਣੀ ਪੈਂਦੀ ਹੈ। ਸਾਡਾ ਜੀਵਨ ਸੁਆਹ ਦੇ ਨਿਆਈ ਹੈ, ਛਾਰ ਦੇ ਨਿਆਈ ਹੈ। ਅਸੀਂ ਬਾਣੀ ਵਿੱਚ ਮਹਾਰਾਜ ਆਪ ਇਸ ਗੱਲ ਤੇ ਮੋਹਰ ਲਾਉਂਦੇ ਹਨ, ਕਹਿੰਦੇ ਹਨ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਜੋ ਵੀ ਜੀਵਨ ਜਿਹੜਾ ਸਿਮਰਨ ਤੋਂ ਬਿਨਾਂ ਬੀਤ ਰਿਹਾ ਹੈ ਉਹ ਸੱਪ ਦੀ ਆਰਜਾ ਦੇ ਨਿਆਈ ਹੈ। ਭਾਵ ਸੱਪ ਦੀ ਆਰਜਾ ਬਹੁਤ ਲੰਮੀ ਮੰਨੀ ਗਈ। ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਹੱਥ ਵਸ ਜਿਹੜਾ ਸਾਰੀ ਉਮਰ ਭੱਜ ਦੌੜ ਕੀਤੀ, ਨਵ ਖੰਡ ਦਾ ਰਾਜ ਵੀ ਕਮਾ ਲਿਆ, ਪਰ ਕਹਿੰਦੇ ਅੰਤ ਚਲੇ ਗੋ ਹਾਰੀ, ਹੱਥ ਪੱਲੇ ਕੁਛ ਨਹੀਂ ਆਏਗਾ। ਇੱਕ ਸੁਆਹ ਦੇ ਨਿਆਈ ਹੈ, ਜੋ ਜੀਵਨ ਜਿਹੜਾ ਹੈ ਪਛਤਾਵਾ ਹੈ ਉਸ ਤੋਂ ਬਾਅਦ। ਸਾਰੀ ਸੰਗਤ ਨੇ ਵਿਚਾਰਾਂ ਦੇ ਵਿੱਚ 84 ਲੱਖ ਜੂਨਾਂ ਦੀ ਗੱਲ ਕੀਤੀ ਹੈ, ਮਾੜੀ ਸੰਗਤ ਤੋਂ ਬਚਣ ਦੀ ਗੱਲ ਕੀਤੀ ਹੈ। ਸੋ ਇਹ ਸ਼ਲੋਕ ਦਾ ਅਸਲ ਭਾਵ ਮੈਨੂੰ ਲੱਗਦਾ ਹੈ ਵੀ ਸਾਨੂੰ ਇੱਕਦਮ ਜਿਹੜਾ ਹੈ ਸੁਚੇਤ ਹੋ ਜਾਣਾ ਚਾਹੀਦਾ ਹੈ। ਇਹ ਸ਼ਲੋਕ ਪੜ੍ਹ ਕੇ ਮਨ ਜਿਹੜਾ ਇੱਕਦਮ ਜਿਹੜਾ, ਜਿਸ ਤਰ੍ਹਾਂ ਕੱਲ ਅਸੀਂ ਨਿੰਦਿਆ ਦਾ ਤੇ ਕੱਲ ਸ਼ਲੋਕ ਤੇ ਵਿਚਾਰ ਹੋਈ ਸੀ, ਉਹ ਇੰਨੇ ਮਤਲਬ ਵਧੀਆ ਵਿਚਾਰ ਮਨ ਦੇ ਵਿੱਚ ਅਸੀਂ ਉਹਨੂੰ ਟੇਕ ਅਪ ਲਏ। ਕੱਲ ਦੇ ਦਿਨ ਜਿੰਨੀ ਨਿੰਦਾ ਜੇ ਅਸੀਂ ਸ਼ਲੋਕ ਨਾ ਪੜ੍ਹਿਆ ਹੁੰਦਾ ਤੇ ਜਿੰਨੀ ਅਸੀਂ ਨਿੰਦਾ ਕੱਲ ਕਰਨੀ ਸੀ, ਅਸੀਂ ਸ਼ਲੋਕ ਪੜ੍ਹ ਕੇ ਉਸ ਤੋਂ ਕਈ % ਘੱਟ ਕੀਤੀ। ਮਤਲਬ ਜੇ ਕੀਤੀ ਵੀ ਹੋਏਗੀ ਤੇ 10 ਵਾਰੀ ਨਿੰਦਾ ਕਰਨੀ ਤੇ ਇੱਕ ਵਾਰੀ ਆਪਾਂ ਨਿੰਦਾ ਕੀਤੀ, 9 ਵਾਰੀ ਬਚੇ ਰਹੇ। ਸੋ ਸ਼ਲੋਕ ਦਾ ਅਸਲ ਭਾਵ ਇਹੀ ਹੈ ਵੀ ਸਾਨੂੰ ਮਨ ਨੂੰ ਸਿੱਖਿਆ ਕੀ ਮਿਲਦੀ ਹੈ ਵੀ ਅਸੀਂ ਜੋ ਇੱਕਦਮ ਮਨ ਸਾਡਾ ਇਹ ਗੱਲ ਸਮਝ ਲਵੇ ਵੀ ਸਾਡਾ ਜਿਹੜਾ ਸਿਮਰਨ ਹੈ, ਸਾਡਾ ਜਿਹੜਾ ਜੀਵਨ ਹੈ, ਇਹ ਨਾਮ ਦੇ ਨਾਲ ਹੀ ਜੀਵਨ ਤਉ ਗਨੀ ਹੈ ਹਰ ਪੇਖਾ। ਜੇ ਨਾਮ ਹੈ ਤਾਂ ਜੀਵਨ ਹੈ, ਨਹੀਂ ਸਾਡੀ ਅਵਸਥਾ ਕੋਲੇ ਦੇ ਨਿਆਈ ਹੈ ਜੋ ਸੜ ਕੇ ਸੁਆਹ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡਾ ਜੀਵਨ, ਸਾਡੇ ਸਵਾਸ ਜਿਹੜੇ ਹੈ ਉਹ ਵਿਅਰਥ ਜਾਂਦੇ ਹਨ। ਇੱਕ ਬੜਾ ਪਿਆਰਾ ਫਰਮਾਨ ਮੈਂ ਦੇ ਕੇ ਫਤਿਹ ਬੁਲਾਵਾਂਗਾ। ਕੱਲ ਇੱਕ ਬਹੁਤ ਵਧੀਆ ਮਹਾਰਾਜ ਨੇ ਬਖਸ਼ਿਸ਼ ਕੀਤੀ, ਫਰਮਾਨ ਆਇਆ ਜੀ ਵੀ ਤੈਸੋ ਜੈਸਾ ਕਾਢੀਐ, ਤੈਸੋ ਜੈਸਾ ਕਾਢੀਐ, ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ, ਜੋ ਦਮ ਚਿਤ ਨ ਆਵਈ ਸੋ ਦਮ ਬਿਰਥਾ ਜਾਏ। ਅਸੀਂ ਦਿਨਾਂ ਦੇ ਹਿਸਾਬ ਨਾਲ ਚੱਲਦੇ ਹਾਂ, ਮਹੀਨਿਆਂ ਦੇ ਹਿਸਾਬ ਨਾਲ, ਸਾਲਾਂ ਦੇ ਹਿਸਾਬ ਨਾਲ ਚੱਲਦੇ ਹਾਂ, ਪਰ ਗੁਰਬਾਣੀ ਕਹਿੰਦੀ ਹੈ ਇੱਕ ਇੱਕ ਸਵਾਸ ਨੂੰ ਆਪਣਾ ਤੂੰ ਧਿਆਨ ਵਿੱਚ ਰੱਖ ਕੇ ਚੱਲ ਵੀ ਇਹ ਸਵਾਸ ਤੇਰਾ ਲੇਖੇ ਵਿੱਚ ਲੱਗ ਰਿਹਾ ਹੈ, ਇਹ ਬਿਰਥਾ ਜਾ ਰਿਹਾ ਹੈ। ਜੇ ਅਸੀਂ ਇੱਕ ਇੱਕ ਸਵਾਸ ਨੂੰ ਗਿਣ ਗਿਣ ਕੇ
ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ, ਜੇ ਜਾਣਾ ਸੌ ਨੱਡਾ ਥੋੜਾ ਮਾਣ ਕਰੀ, ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ। ਸੋ ਇਹੋ ਜਿਹੀ ਸਾਡੀ ਅਵਸਥਾ ਜਿਹੜੀ ਬਾਣੀ ਸ਼ਲੋਕ ਸਾਨੂੰ ਮਹਾਰਾਜ ਅਸੀਂ ਅਰਦਾਸ ਕਰੀਏ ਵੀ ਸਾਡੇ ਮਨ ਦੇ ਵੀ ਬਣੇ, ਤਾਂ ਜੋ ਅਸੀਂ ਸ਼ਲੋਕ ਦਾ ਅਸਲ ਭਾਵ ਸਾਡੇ ਜੀਵਨ ਵਿੱਚ ਆ ਜਾਵੇ ਤੇ ਅਸੀਂ ਸਵਾਸ ਸਵਾਸ ਨਿਮਕ ਨਿਮਕ ਦਿਨਸ ਰਹਿਣ ਜਿਹੜਾ ਅਨ ਦਿਨ ਉਸ ਨਾਮ ਦੇ ਨੂੰ ਨਾਮ ਸਾਰੀਏ ਤੇ ਨਾਮ ਦੇ ਨਾਲ ਜੁੜ ਕੇ ਹੀ ਅਸੀਂ ਜੀਵਨ ਦੀ ਕਾਰ ਵਿਹਾਰ। ਇੱਕ ਲਾਸਟ ਹੋਰ ਵਿਚਾਰ ਮੈਂ ਕੱਲ ਵੀ ਮਨ ਵਿੱਚ ਆਈ ਸੀ, ਸਾਡੇ ਅੱਜ ਸੰਸਾਰ ਦਾ ਜਿਹੜਾ ਵਿਚਰਨਾ ਇਸ ਤਰ੍ਹਾਂ ਹੈ, ਬਹੁਤ ਜ਼ਿਆਦਾ ਭੱਜ ਦੌੜ ਦੇ ਵਿੱਚ ਹਰ ਬੰਦਾ ਪਰੇਸ਼ਾਨ ਹੈ, ਹਰ ਬੰਦਾ ਜਲ ਰਿਹਾ ਹੈ। ਜਲਤੀ ਸਭ ਪ੍ਰਿਥਵੀ ਦਿਸ ਆਈ, ਜਿਸ ਤਰ੍ਹਾਂ ਮਹਾਰਾਜ ਦੀ ਨਜ਼ਰੀ ਪੈਂਦਾ ਹੈ। ਉਹਦਾ ਕਾਰਨ ਮੈਨੂੰ ਬਾਣੀ ਦੇ ਵਿੱਚੋਂ ਹੀ ਲੱਭਿਆ ਹੈ ਵੀ ਸਾਡਾ ਇੱਕ ਇਨਬੈਲੈਂਸ ਜਿਹੜਾ ਬਣਿਆ ਹੁੰਦਾ ਹੈ। ਅਸੀਂ ਕੇਵਲ ਦੁਨਿਆਵੀ ਗਿਆਨ ਲੈ ਕੇ ਜੀਵਨ ਦੀਆਂ ਮੱਲਾਂ ਮਾਰਨ ਦੇ ਵਿੱਚ ਰੁੱਝੇ ਹੋਏ, ਪਰ ਇੱਕ ਜਿਹੜਾ ਬੈਲੈਂਸ ਨਾਲ ਬਣਨਾ ਸੀ, ਜਿਹੜਾ ਆਤਮਾ ਦਾ ਗਿਆਨ, ਆਤਮਿਕ ਗਿਆਨ, ਰੂਹਾਨੀਅਤ ਦਾ ਗਿਆਨ, ਸਪਿਰਿਚੁਅਲਿਟੀ, ਉਹ ਜੇ ਅਸੀਂ ਇੱਕ ਪਾਸੇ ਰੱਖ ਕੇ ਕੇਵਲ ਦੁਨਿਆਵੀ ਗਿਆਨ ਦੀ ਦੌੜ ਵਿੱਚ ਦੌੜਾਂਗੇ ਤੇ ਸਾਨੂੰ ਅੰਤ ਵਿੱਚ ਜਿਹੜੀ ਹੈ ਖੁਆਰੀਆਂ ਹੀ ਮਿਲਣਗੀਆਂ। ਤੇ ਜੇ ਸਾਡਾ ਬੈਲੈਂਸ ਬਣਿਆ ਹੋਏਗਾ ਦੁਨੀਆ ਸੰਸਾਰ ਵਿੱਚ ਵਿਚਰਦੇ ਹੋਏ, ਸਾਡਾ ਮਨ ਜਿਹੜਾ ਹੈ ਗੁਰੂ ਦੀ ਬਾਣੀ ਦੇ ਨਾਲ, ਸ਼ਬਦ ਦੇ ਨਾਲ ਰਤਿਆ ਰੰਗਿਆ ਹੋਏਗਾ, ਰਸਿਆ ਹੋਏਗਾ, ਫਿਰ ਸਾਡਾ ਜਿਹੜਾ ਜੀਵਨ ਵਿੱਚ ਜਿਹੜਾ ਜਿਸ ਵਿਕਾਸ ਦੀ ਗੱਲ ਗੁਰੂ ਮਹਾਰਾਜ ਬਾਣੀ ਵਿੱਚ ਵਾਰ-ਵਾਰ ਕਰਦੇ ਹਨ, ਉੱਥੇ ਅਸੀਂ ਸਹਿਜੇ ਹੀ ਸੰਗਤ ਦੇ ਆਸਰੇ, ਬਾਣੀ ਦੇ ਆਸਰੇ ਪਹੁੰਚ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿਆਰ ਨਾਲ, ਵਾਹ ਵਾਹ ਜੀ ਵਾਹ। ਵਾਹਿਗੁਰੂ ਬਹੁਤ ਬਖਸ਼ਿਸ਼ ਤੁਹਾਡੇ ਉੱਤੇ, ਤੁਸੀਂ ਰੋਜ਼ ਸਾਨੂੰ ਬਹੁਤ ਪਿਆਰ ਨਾਲ, ਬਹੁਤ ਵਧੀਆ ਢੰਗ ਨਾਲ ਗੁਰਬਾਣੀ ਦੇ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਂਦੇ ਹੋ। ਹਾਂਜੀ, ਨਰਿੰਦਰਪਾਲ ਸਿੰਘ ਜੀ ਦਾ ਹੈਂਡ ਰੇਜ਼ ਹੈ, ਉਹਨਾਂ ਨੂੰ ਸਪੋਟਲਾਈਟ ਤੇ ਲੈ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਗੁਰਬਾਣੀ ਦਾ ਫਰਮਾਨ ਹੈ ਜੀ, ਵੇਦ ਸ਼ਾਸਤਰ ਜਨ ਪੁਕਾਰੇ, ਸੁਨੇ ਨਾਹੀ ਡੋਰਾ, ਨਿਬਟ ਬਾਜੀ ਹਾਰ ਮੁਕਾ, ਪਛਤਾਇਓ ਮਨ ਭੋਰਾ। ਗੁਰਬਾਣੀ ਸਾਨੂੰ ਸ਼ਾਸਤਰ, ਨੇਕ ਬੰਦੇ ਸਾਰੇ ਦੱਸਦੇ ਹਨ, ਪਰੰਤੂ ਅਸੀਂ ਸੁਣਦੇ ਨਹੀਂ ਉਹਨਾਂ ਦੀ ਜੀ। ਜਦੋਂ ਜੀਵਨ ਦੀ ਖੇਡ ਖਤਮ ਹੋ ਜਾਂਦੀ ਹੈ ਤੇ ਅਸੀਂ ਇਸ ਨੂੰ ਹਾਰ ਕੇ ਮਰ ਮੁੱਕ ਜਾਂਦੇ ਹਾਂ, ਤਦ ਭੋਲਾ ਆਦਮੀ ਆਪਣੇ ਚਿੱਤ ਵਿੱਚ ਅਫਸੋਸ ਕਰਦਾ ਹੈ ਜੀ, ਫਿਰ ਬਾਅਦ ਚੋਂ ਬੰਦਾ ਪਛਤਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਕਬੀਰ ਜੀ ਵੀ ਕਹਿੰਦੇ ਨੇ, ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੋਟ, ਫਿਰ ਪਾਛੋਂ ਪਛਤਾਓਗੇ ਜਬ ਪ੍ਰਾਣ ਜਾਏਂਗੇ ਛੂਟ। ਮੈਂ ਲਾਸਟ ਇੱਕ ਬੇਨਤੀ ਕਰਾਂ ਕਿ ਇੱਕ ਵਾਰ ਸਰਬਜੀਤ ਸਿੰਘ ਜੀ ਨੇ ਬੇਨਤੀ ਕੀਤੀ ਸੀ, ਉਹਨਾਂ ਨੇ ਇੱਕ ਵਾਰ ਕਿਹਾ ਸੀ ਆਪਣੇ ਇੱਕ ਇੰਟਰਵਿਊ ਵਿੱਚ ਕਿ ਜਦੋਂ ਇਹ ਨਵੀਂ ਸਦੀ ਸਟਾਰਟ ਹੋਣ ਲੱਗੀ ਸੀ, 21ਵੀਂ ਸਦੀ ਜਦੋਂ ਸਟਾਰਟ ਹੋਣ ਲੱਗੀ ਸੀ, ਤੇ ਸਾਰੇ ਸੋਸ਼ਲ ਸਾਇੰਟਿਸਟ, ਸਮਾਜ ਸ਼ਾਸਤਰੀ ਬੈਠੇ ਇਕੱਠੇ, ਤੇ ਉਹਨਾਂ ਨੇ ਆਪਸ ਵਿੱਚ ਬਹਿ ਕੇ ਸਲਾਹ ਕੀਤੀ ਕਿ ਜਿਹੜਾ ਇਹ 21ਵੀਂ ਸਦੀ ਜਿਹੜੀ ਹੈ, ਨਵੀਂ ਸਦੀ ਆ ਰਹੀ ਹੈ, ਇਹਦਾ ਹਾਲ ਕਿਹੋ ਜਾਏਗਾ, ਇਹ ਕਿਹੋ ਜਿਹੀ ਸਦੀ ਹੋਏਗੀ। ਤੇ ਉਹਨਾਂ ਸਾਰਿਆਂ ਵਿਚਾਰਾਂ ਵਿੱਚੋਂ ਇੱਕ ਵਿਚਾਰ ਇਹ ਨਿਕਲੀ ਕਿ ਲੋਕਾਂ ਨੂੰ ਪੈਸਾ ਕਮਾਉਣਾ ਤੇ ਆ ਜਾਏਗਾ, ਨੋ ਡਾਊਟ, ਬਹੁਤ ਪੈਸਾ ਆ ਜਾਏਗਾ, ਲੇਕਿਨ ਲੋਕ ਸਪਿਰਿਚੁਅਲੀ ਰਿਫਿਊਜੀ ਹੋ ਜਾਣਗੇ, ਸਪਿਰਿਚੁਅਲੀ ਗਰੀਬ ਹੋ ਜਾਣਗੇ ਬਹੁਤ ਜ਼ਿਆਦਾ। ਸੋ ਤੁਸੀਂ ਵੇਖ ਰਹੇ ਹੋ ਕਿ ਅੱਜ ਕੱਲ੍ਹ ਡਿਪਰੈਸ਼ਨ ਕਿੰਨਾ ਜ਼ਿਆਦਾ ਵੱਧ ਰਿਹਾ। ਇਨਫੈਕਟ ਸਾਈਕੋਲੋਜਿਸਟ ਦਾ ਕੰਮ ਹਰ ਸਾਲ 14% ਵੱਧ ਰਿਹਾ, ਇੰਡੀਆ ਵਿੱਚ ਹੀ 14% ਹਰ ਸਾਲ ਵੱਧਦਾ ਪਿਆ ਹੋਇਆ। ਤੇ ਬਹੁਤ ਇੱਕ ਵੱਡੇ ਪੱਧਰ ਤੇ ਸਾਈਕੋਲੋਜਿਸਟ ਦੀ ਲੋੜ ਪੈਂਦੀ ਹੈ ਇੰਡੀਆ ਵਿੱਚ, ਹਾਲਾਂਕਿ ਇਸ ਲਾਈਨ 'ਚ ਜਾਂਦੇ ਬਹੁਤ ਘੱਟ ਲੋਕ ਨੇ। ਤੋ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਜਿੱਥੋਂ ਵੀ ਜੋ ਵੀ ਸਿੱਖ ਸਕਦੇ ਹਾਂ ਅਸੀਂ ਸਿੱਖੀਏ, ਜੋ ਵੀ ਅਸੀਂ ਸਿੱਖ ਸਕਦੇ ਹਾਂ ਕਿਸੇ ਕੋਲੋਂ ਵੀ, ਭਾਵੇਂ ਸਾਡਾ ਵਿਰੋਧੀ ਹੋਏ, ਭਾਵੇਂ ਉਹ ਕੋਈ ਬਹੁਤ ਹੀ ਗਲਤ ਬੰਦਾ ਹੋਏ, ਅਸੀਂ ਉਹਦੇ ਕੋਲੋਂ ਕੁਛ ਨਾ ਕੁਛ, ਭਾਵੇਂ ਇੱਕ ਗੁਣ ਹੋਏ, ਅਸੀਂ ਉਹਨੂੰ ਸਿੱਖੀਏ। ਬਲਕਿ ਮੈਂ ਤੇ ਇੱਕ ਤੁਹਾਨੂੰ ਅਸਾਈਨਮੈਂਟ ਦੇਣਾ ਚਾਹਾਂਗਾ, ਤੁਸੀਂ ਆਪਣੇ ਪਰਸਨਲ ਤੌਰ ਤੇ ਕਰ ਸਕਦੇ ਹੋ ਕਿ ਤੁਸੀਂ ਅੱਜ ਕਲਾਸ ਤੋਂ ਬਾਅਦ ਜਦੋਂ ਵੀ ਤੁਹਾਨੂੰ ਟਾਈਮ ਮਿਲੇ, ਤੁਸੀਂ ਇੱਕ ਪੇਪਰ ਪੈਨ ਲੈ ਕੇ ਬਹਿਣਾ ਤੇ ਤੁਸੀਂ ਆਪਣੇ ਪਰਿਵਾਰ ਦੇ ਸਾਰੇ ਜਣਿਆਂ ਦੇ ਗੁਣ ਲਿਖਣੇ ਨੇ, ਤੇ ਤੁਸੀਂ ਫਿਰ ਦੇਖਣਾ ਕਿ ਕਿੰਨੇ ਸਾਰੇ ਗੁਣ ਨੇ ਜੋ ਤੁਹਾਡੇ ਨਾਲ ਮੈਚ ਕਰਦੇ ਨੇ ਤੇ ਕਿੰਨੇ ਨਹੀਂ ਕਰਦੇ। ਜਿਹੜੇ ਮੈਚ ਨਹੀਂ ਕਰਦੇ ਤੁਸੀਂ ਫਿਰ ਸੋਚਣਾ ਕਿ ਮੈਂ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਅੰਦਰ ਇਨਕਲਕੇਟ ਕਰਾਂ, ਕਿਸ ਤਰ੍ਹਾਂ ਉਹਨਾਂ ਨੂੰ ਆਪਣੇ ਅੰਦਰ ਲੈ ਕੇ ਆਵਾਂ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ। ਧੰਨਵਾਦ ਪਰਮੇਸ਼ਰ ਦਾ, ਪਰਮਾਤਮਾ ਦਾ, ਜਿਨ੍ਹਾਂ ਨੇ
ਇਸ ਲਾਇਕ ਸਮਝਿਆ ਜੋ ਮੈਨੂੰ ਇਹ ਸੇਵਾ ਦਵਾਈ। ਧੰਨਵਾਦ ਸੁਕਰਿਤ ਦਾ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ। ਸੋ ਹੁਣ ਮੈਂ ਵੀਰ ਗੁਰਕੀਰਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸ਼ਲੋਕ ਪੜ੍ਹਨ ਜੀ। ਵਾਹਿਗੁਰੂ ਜੀ। कबीर बन की दादी लाकरी, ठाडी करे पुकार, मत बस परो लोहार के, जा रे दूजी बार। कबीर बन की दाती लाकरी, ठाडी करे पुकार, मत बस परो लोहार के, जा रे दूजी बार। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ।